सिर्फ एक ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਵੀ HIV ਤੋਂ ਪੀੜਤ ਆ ਗਏ, ਤੁਹਾਡੀ ਬੇਟੀ ਵੀ ਆ ਗਈ ਹੈ, ਸਿਰਫ ਇਹੀ ਕਾਰਨ ਉਹਨਾਂ ਦਾ ਬਣਿਆ ਕਿ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪੇਕੇ ਘਰੇ ਚਲੇ ਜਾਓ? ਹਾਂਜੀ ਆਹੀ ਜੀ ਕਿਹਾ ਤੁਹਾਨੂੰ ਪਤਾ ਕਦੋਂ ਲੱਗਾ ਕਿ ਤੁਹਾਡੇ ਪਤੀ HIV ਤੋਂ ਪੀੜਤ ਨੇ? ਉਹਨਾਂ ਦੀ ਡੈਥ ਹੋਈ ਤਾਂ ਬਾਅਦ ਮੈਨੂੰ ਪਤਾ ਲੱਗਾ ਜੀ। ਮੇਰੀ ਭੈਣ ਦੇ ਗਾਲ ਪੱਟੇ ਆ ਜੀ, ਗਲਤ ਬੋਲੀ ਹੈ ਜੀ ਇੱਦਾਂ। ਅਸੀਂ ਫਿਰ ਸਮਾਨ ਅਸੀਂ ਚੱਕਿਆ, ਉੱਥੇ ਮੇਰੀ ਦੁਕਾਨ 'ਤੇ ਪਿਆ ਸਮਾਨ ਜੀ, ਅਸੀਂ ਫਿਰ ਆ ਗਏ ਗੱਡੀ ਕਰਕੇ ਜੀ। ਤਾਂ ਫਿਰ ਮੈਨੂੰ ਕਹਿਣ ਲੱਗ ਗਏ, ਕਹਿੰਦੇ ਤੈਨੂੰ ਸਾਡੇ ਖਾਨਦਾਨ ਵਿੱਚ ਤਾਂ ਹੈ ਹੀ ਨਹੀਂ ਸੀ ਆ ਬਿਮਾਰੀ, ਤੂੰ ਤਾਂ ਪਿੱਛੋਂ ਲਿਆਂਦੀ ਆਪਣੀ ਬਿਮਾਰੀ। ਗੁੜੀਆ ਹੋਈ ਇਹਦੇ, ਗੁੜੀਆ ਹੋਈ ਤਾਂ ਉਹ ਫਿਰ ਯਾਨੀ ਕਿ ਗੁੜੀਆ ਨੂੰ ਮੁੱਲ ਵੇਚਦੇ ਸੀ ਵੀ ਜਿੱਦਾਂ ਕਹਿੰਦੇ 5 ਲੱਖ ਦੀ ਵੇਚ ਦਿਓ ਤਾਂ। क्यों सर साढ़े को किस चीज़ की कमी है, काहते बेचूंगे? जिम्मे बच्चा होंदा है 1-2 महीना अपने पिंड रहिंदी है ना जी। नहीं ਜ਼ਰੂਰੀ ਨਹੀਂ ਹੈਗਾ ਕਿ ਬੱਚੀ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਵੇ ਹੀ ਰਵੇ, ਇਹ ਕਿਤੇ ਵੀ ਲਿਖਿਆ ਨਹੀਂ ਹੈਗਾ ਕਿ ਕਹਿੰਦੇ ਜਾਓ ਜਿੱਥੇ ਥਾਣੇ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਤੁਹਾਨੂੰ ਕੁੜੀ ਦਾ ਹੱਕ ਨਹੀਂ ਦਿੰਦੇ ਅਸੀਂ ਕਹਿੰਦੇ। ਜੇਕਰ ਧੀਆਂ ਆਪਣੇ ਘਰਾਂ ਦੇ ਵਿੱਚ ਸੁਖੀ ਹੋਣ ਤਾਂ ਮਾਪਿਆਂ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ, ਪਰ ਜੇਕਰ ਧੀਆਂ ਆਪਣੇ ਸਹੁਰੇ ਘਰਾਂ ਦੇ ਵਿੱਚ ਸੁਖੀ ਨਾ ਹੋਣ ਤਾਂ ਮਾਪੇ ਵੀ ਸੁਖੀ ਨਹੀਂ ਰਹਿੰਦੇ। ਅੱਜ ਤੁਹਾਨੂੰ ਇੱਕ ਦੁਖਦ ਕਹਾਣੀ ਸੁਣਾਉਣ ਜਾ ਰਹੇ ਹਾਂ। ਮੇਰੇ ਨਾਲ ਇੱਕ ਭੈਣ ਬੈਠੀ ਹੈ ਜਿਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ HIV ਏਡਸ ਦੇ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਇਹ ਭੈਣ ਅਤੇ ਇਹਨਾਂ ਦੀ ਇੱਕ ਛੋਟੀ ਬੱਚੀ ਵੀ HIV ਤੋਂ ਪੀੜਤ ਹੋ ਗਈ, ਜਿਸ ਤੋਂ ਬਾਅਦ ਘਰ ਦੇ ਵਿੱਚ ਵਾਦ ਵਿਵਾਦ ਹੋਏ ਅਤੇ ਇਸ ਭੈਣ ਨੂੰ ਆਪਣੇ ਸਹੁਰੇ ਘਰ ਤੋਂ ਆ ਕੇ ਪੇਕੇ ਘਰ ਦੇ ਵਿੱਚ ਰਹਿਣਾ ਪੈ ਰਿਹਾ ਹੈ। ਇਸ ਭੈਣ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈ। ਮੈਂ ਚਾਹੁੰਦਾ ਸਭ ਤੋਂ ਪਹਿਲਾਂ ਤੁਸੀਂ ਇਹ ਮਾਮਲਾ ਦੱਸ ਦਿਓ ਕਿ ਕਿਵੇਂ ਹੋਇਆ, ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਅਤੇ ਕਿਉਂ ਤੁਹਾਨੂੰ ਸਹੁਰੇ ਘਰ ਤੋਂ ਆ ਕੇ ਪੇਕੇ ਘਰ ਰਹਿਣਾ ਪੈ ਰਿਹਾ? ਜੀ ਮੈਨੂੰ 5 ਸਾਲ ਹੋ ਗਏ ਵਿਆਹ ਨੂੰ ਜੀ। ਪਹਿਲਾਂ ਮੈਨੂੰ ਦੱਸਿਆ ਨਹੀਂ ਇਹਨਾਂ ਨੇ, ਸਾਡਾ ਮੁੰਡਾ ਨਸ਼ੇ ਪੱਤੇ ਕਰਦਾ ਨਹੀਂ ਕਰਦਾ। ਬਾਅਦ 'ਚ ਪਤਾ ਲੱਗਿਆ ਇਹਨਾਂ ਦੀ ਡੈਥ ਹੋ ਗਈ ਜੀ। ਪਹਿਲਾਂ ਤਾਂ ਵਧੀਆ ਰੱਖਦੇ ਸੀ, ਬਾਅਦ 'ਚ ਫਿਰ ਕਦੋਂ ਮੇਰੇ ਘਰ ਵਾਲੀ ਦੀ ਡੈਥ ਹੋ ਗਈ, ਫਿਰ ਮੈਨੂੰ ਨਾ ਖਰਚ ਪਾਣੀ ਦਿੰਦੇ ਸੀ, ਨਾ ਮੈਨੂੰ ਰਹਿਣ ਦਿੰਦੇ ਸੀ। ਇੱਦਾਂ ਇੱਕ ਵਾਰੀ ਜ਼ਰੂਰ ਲਿਆਂਦੀ ਦਵਾਈ ਪੀ ਜਾਏ ਤਾਂ ਬਸ ਜੀ। ਹਾਂਜੀ ਤਾਂ ਫਿਰ ਬਾਅਦ 'ਚ ਮੈਨੂੰ ਤਰਨੇ ਮਾਰਨ ਲੱਗ ਗਏ ਆ ਜੀ, ਤੁਹਾਡੀ ਮਾਸੀ ਆਈ ਨਹੀਂ ਆ ਇੱਥੇ, ਤੁਹਾਡੇ ਨਾ ਭਰਾ ਆਇਆ ਨਾ ਭੈਣ ਆਈ ਆ, ਕੋਈ ਵੀ ਆਇਆ ਘਰ ਤੋਂ, ਇੰਨੇ ਮਹੀਨੇ ਹੋ ਗਏ ਆ, 3-4 ਮਹੀਨੇ ਹੋ ਗਏ ਤੂੰ ਇੱਥੇ ਸਾਡੇ ਕੋਲ ਰਹਿੰਦੀ ਨੂੰ। ਤਾਂ ਮੈਂ ਤਾਂ ਆਪਣੇ ਬੱਸ ਵਿੱਚ ਸੀ ਇੱਥੇ, ਮੈਂ ਚੱਲ ਖਰਚਾ ਬਸ ਮੇਰਾ ਘਰ ਦਾ ਦੂਰ ਮੈਨੂੰ ਦੂਰ ਪੈਂਦਾ ਸੀ PGI ਦੀ ਦਵਾਈ ਲੈਣੀ। ਮੈਂ ਉੱਥੇ ਮੇਰੇ ਤੋਂ ਮਰਿੰਡੇ ਤਾਂ ਚੰਡੀਗੜ੍ਹ ਮੈਨੂੰ ਨੇੜੇ ਪੈਂਦਾ ਜੀ ਉੱਥੇ, ਤਾਂ ਮੈਂ ਕਰਕੇ ਉੱਥੇ ਰਹਿੰਦੀ ਸੀ ਆਪਣੇ ਕੋਲ। ਚੱਲ ਇੱਥੇ ਖਰਚਾ ਮੈਨੂੰ ਨੇੜੇ ਥੋੜ੍ਹਾ ਲੱਗਦਾ ਸੀ ਇੰਨੇ। ਤਾਂ ਮੇਰੀ ਭੈਣ ਆਈ ਹੈ ਜੀ, ਮੈਂ ਆਪਣੀ ਭੈਣ ਨੂੰ ਦੱਸਿਆ, ਮੈਨੂੰ 1 ਮਹੀਨਾ 2 ਮਹੀਨੇ ਦੱਸਿਆ ਇੱਦਾਂ ਜੀ ਉਹ ਕਰਨੇ ਨੂੰ ਦੱਸਿਆ। ਤੁਹਾਨੂੰ ਪਤਾ ਕਦੋਂ ਲੱਗਾ ਕਿ ਤੁਹਾਡੇ ਪਤੀ HIV ਤੋਂ ਪੀੜਤ ਨੇ? ਉਹਨਾਂ ਦੀ ਡੈਥ ਹੋਈ ਤਾਂ ਬਾਅਦ ਮੈਨੂੰ ਪਤਾ ਲੱਗਾ ਜੀ। ਉਸ ਤੋਂ ਬਾਅਦ ਤੁਸੀਂ ਆਪਣਾ ਟੈਸਟ ਕਰਵਾਇਆ? ਹਾਂਜੀ ਮੈਂ ਕਰਾਇਆ ਜੀ ਆਪਣਾ ਟੈਸਟ ਮਹੀਨੇ ਬਾਅਦ ਜੀ। ਤਾਂ ਫਿਰ ਮਹੀਨੇ ਬਾਅਦ ਮੈਨੂੰ ਸ਼ੁਰੂ ਹੋ ਗਈ ਸੀ ਦਵਾਈ, ਮੇਰੀ ਬੇਟੀ ਦੀ ਵੀ। ਤੁਹਾਡੀ ਬੇਟੀ ਦੀ ਵੀ ਨਾਲ ਹੋ ਗਈ? ਹਾਂਜੀ ਤੇ ਸਾਨੂੰ ਹੁਣ 9 ਮਹੀਨੇ ਹੋ ਗਏ ਸਾਨੂੰ ਖਾਂਦਿਆਂ ਨੂੰ ਦਵਾਈ। ਹਾਂਜੀ ਉਸ ਤੋਂ ਬਾਅਦ ਤੁਹਾਡੀ ਇੱਕ ਛੋਟੀ ਬੇਟੀ ਦਾ ਵੀ ਜਨਮ ਹੋਇਆ, ਉਹ ਬੇਟੀ ਠੀਕ ਹੈ? ਹਾਂਜੀ ਉਹ ਠੀਕ ਹੈ ਜੀ, ਡਾਕਟਰਾਂ ਕਿਹਾ ਹੋਇਆ ਜੀ ਉਹ ਠੀਕ ਹੈ, ਤੁਸੀਂ ਫਿਰ ਵੀ ਆਪਣੇ ਦਮ ਕਰਾ ਲਿਓ ਟੈਸਟ, ਤਾਂ ਉਹਨਾਂ ਨੇ ਕਹਿ ਦਿੱਤਾ ਸੀ। ਅੱਛਾ, ਸਹੁਰੇ ਘਰ ਦੇ ਵਿੱਚ ਹਾਲਾਤ ਕੀ ਅਜਿਹੇ ਬਣ ਗਏ ਕਿ ਤੁਹਾਨੂੰ ਉੱਥੇ ਕੋਈ ਪਰੇਸ਼ਾਨ ਕਰਨ ਲੱਗ ਗਏ ਜਿਹੜਾ ਤੁਹਾਨੂੰ ਸਹੁਰੇ ਘਰ ਛੱਡ ਕੇ ਹੁਣ ਪੇਕੇ ਰਹਿਣਾ ਪੈ ਰਿਹਾ? ਮੈਨੂੰ ਪਹਿਲਾਂ ਵਧੀਆ ਰੱਖਦੇ ਸੀ, ਤਾਂ ਜਦੋਂ ਮੇਰੇ ਘਰ ਵਾਲੀ ਡੈਥ ਹੋ ਗਈ ਫਿਰ ਮੈਂ ਇੱਥੇ ਪਹਿਲਾਂ ਮੈਨੂੰ ਕਹਿਣ ਲੱਗ ਗਏ ਸੀ ਆਪਣੇ ਪੇਕੇ ਘਰ ਜਾਈ, ਆਪਣੇ 2 ਮਹੀਨੇ ਰਹਿ ਕੇ ਆਈ ਹੈ ਇੱਦਾਂ ਦੇ। ਹੁਣ ਦੇਖੋ ਜੀ ਮੇਰੀ ਮੰਮੀ ਵੀ ਐ ਨਹੀਂ ਆ, ਮੇਰੇ ਭਰਾ ਵੀ ਇੱਦਾਂ ਦੇ, ਮੇਰੀ ਭੈਣ ਵੀ, ਚੱਲ ਉਹ ਕਿੰਨੇ ਚਿਰ ਰੱਖ ਲੂੰਗੀ ਮੈਨੂੰ ਉੱਥੇ, ਉਹਨੂੰ ਵੀ ਵਿਆਹਣਾ ਹੈ ਜੀ ਅਸੀਂ ਦਾ, ਤਾਂ ਕਰਕੇ ਜੀ ਫਿਰ ਮੈਂ ਤਾਂ ਆਪਣੇ ਉੱਥੇ ਰਹਿਣਾ ਹੈ ਆਪਣੇ। ਨਹੀਂ ਕੋਈ ਗੱਲਬਾਤ ਹੋਈ ਸੀ, ਉਹਨਾਂ ਨੇ ਕੋਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਸੀ, ਕਿਸ ਕਾਰਨ ਤੁਹਾਨੂੰ ਉੱਥੋਂ ਆਉਣਾ ਪਿਆ? ਮੈਨੂੰ ਜੀ ਮੇਰੇ ਤੋਂ ਛੁੱਟੀ ਹੋਈ ਜੀ PGI ਤੋਂ 4 ਦਿਨਾਂ ਬਾਅਦ, ਤਾਂ ਸ਼ਾਮ ਨੂੰ ਮੈਨੂੰ ਮੰਮੀ ਉਹਨਾਂ ਕਹਿਣ ਲੱਗ ਗਏ, ਕਹਿੰਦੇ ਤੁਸੀਂ ਕਲੇਸ਼ ਨਾ ਕਰਿਓ, ਅਸੀਂ ਗੱਡੀ ਕਰਾ ਕੇ ਦੇ ਦਿੰਦੇ ਹਾਂ ਤੁਹਾਨੂੰ, ਤੁਸੀਂ ਸਵੇਰ ਨੂੰ ਚੱਲ ਜਿਓ। ਫਿਰ ਥੋੜ੍ਹੇ ਬਾਅਦ 10-5 ਮਿੰਟ ਬਾਅਦ ਆਪੇ ਫਿਰ ਰੋਮ ਪਿੱਟਣ ਲੱਗ ਗਈ ਜੀ ਮੇਰੀ ਮੰਮੀ ਸੱਸ।
ਤਾਂ ਫਿਰ ਮੇਰੀ ਭੈਣ ਨੂੰ ਬੁਰਾ ਕਹਿਣ ਲੱਗ ਗਈ। ਫਿਰ ਮੇਰੀ ਭੈਣ ਨੂੰ ਪੁਲਿਸ ਬੁਲਾ ਲਈ। ਫਿਰ ਮੈਨੂੰ ਵੀ ਬਹੁਤ ਗੰਦੀ ਮੰਦੀ ਬੋਲੀ, ਮੇਰੀ ਭੈਣ ਨੂੰ ਵੀ ਬਹੁਤ ਗੰਦੀ ਮੰਦੀ। ਫਿਰ ਮੈਨੂੰ ਕਹਿੰਦੀ ਜਾ ਕੇ ਆਪਣੇ ਘਰ ਪੇਕੇ ਘਰ ਜਾ ਕੇ ਆਪਣੇ ਦੁਆ ਖਤਮ ਕਰ ਲਈਆਂ। ਹਾਂਜੀ, ਤਾਂ ਐਂ ਕਿਹਾ। ਫਿਰ ਮੈਨੂੰ ਚੱਲ ਮੈਂ ਆਪਣਾ ਰਾਤ ਕੱਟਣੀ ਸੀ ਉੱਥੇ। ਤਾਂ ਫਿਰ ਅਸੀਂ ਤਾਂ ਸਵੇਰੇ ਫਿਰ ਤਿਆਰ ਹੋਣ ਲੱਗੇ ਸੀ। ਤਾਂ ਫਿਰ ਮੈਨੂੰ ਕਹਿੰਦੀ ਅਸੀਂ ਕਿਹੜੀ ਟੂਮਾਂ ਪਾਈਆਂ, ਉਹ ਮੈਨੂੰ ਦੇ ਕੇ ਜਾ। ਫਿਰ ਮੈਂ ਤਾਂ ਕਿਹਾ ਮੈਂ ਮੰਮੀ ਸਾਡੀ ਟੂਮਾਂ ਤਾਂ ਇੱਥੇ ਪਈਆਂ, ਸਾਡੇ ਤਾਂ ਆਪ ਜੰਗਲ ਦਾ ਘਰ ਹੈ, ਸਾਨੂੰ ਤਾਂ ਆਪ ਤੇ ਡਰ ਲੱਗਦਾ ਆ, ਇੱਥੇ ਪਈਆਂ। ਮੈਂ ਸਰਪੰਚ ਨੂੰ ਵੀ ਦਿਖਾਇਆ, ਸਾਰਿਆਂ ਨੂੰ ਦਿਖਾਇਆ, ਮੈਂ ਕਿਹਾ ਇੱਥੇ ਪਈਆਂ ਟੂਮਾਂ, ਮੈਂ ਕਿਤੇ ਨਹੀਂ ਲੈ ਕੇ ਚੱਲੀ ਹੈਗੀ। ਫਿਰ ਮਾਸੀ ਹੋਣਾ ਆਏ, ਡੈਡੀ ਹੋਣਾ ਆਏ। ਫਿਰ ਉਹ ਕਹਿੰਦੇ ਉੱਥੇ ਕਾਹਤੇ ਮਾਸੀ ਦੇ ਮਾਸੀ ਸੱਸ ਲੱਗਦੀ ਜੀ, ਨਾਲ ਸਾਡੇ ਘਰ ਹੈ ਜੀ ਉਹ, ਉੱਥੇ ਮੇਰੀ ਭੈਣ ਚੱਲ ਗਈ, ਉਹਨਾਂ ਨੇ ਕੁੱਟ ਮਾਰ ਕੇ ਸਵੇਰੇ ਸਾਨੂੰ ਕੱਢ ਦਿੱਤਾ ਜੀ। ਫਿਰ ਮੈਂ ਮਗਰ ਗਈ, ਮੈਂ ਆਪਣੀ ਭੈਣ ਦੇ, ਮੈਨੂੰ ਵੀ ਚਪੇੜਾਂ ਮਾਰੀਆਂ। ਕਹਿੰਦੇ ਤੂੰ ਅੰਦਰ ਬੈਠ, ਤੂੰ ਕਾਹਤੇ ਮਗਰ ਜਾਂਦੀ ਹੈ। ਮੈਂ ਆਪਣੀ ਭੈਣ ਨੂੰ ਦੇਖਣ ਗਈ, ਮੇਰੀ ਭੈਣ ਰੋਲਾ ਪਾਉਂਦੀ ਜਾਂਦੀ ਸੀ ਸੜਕ 'ਤੇ। ਹਾਂਜੀ, ਮੇਰੀ ਭੈਣ ਦੇ ਵਾਲ ਪੱਟੇ ਆ ਜੀ, ਗਲਤ ਬਹੁਤ ਬੋਲੀ ਹੈ ਜੀ ਇੱਦਾਂ। ਅਸੀਂ ਫਿਰ ਸਮਾਨ ਅਸੀਂ ਚੱਕਿਆ, ਉੱਥੇ ਮੇਰੀ ਦੁਕਾਨ 'ਤੇ ਪਿਆ ਸਮਾਨ ਜੀ। ਅਸੀਂ ਫਿਰ ਆ ਗਏ ਗੱਡੀ ਕਰਕੇ ਜੀ। ਸਹੁਰਾ ਪਰਿਵਾਰ ਦੇ ਵਿੱਚ ਹੈ ਕੌਣ ਕੌਣ ਤੁਹਾਡੇ ਉੱਥੇ? ਮੇਰੇ ਜੀ ਜੇਠ ਜਠਾਣੀ ਹੈ ਜੀ, ਸੱਸ ਸਹੁਰੇ ਹੈ ਜੀ, ਮੇਰੇ ਕੋਲ ਰਹਿੰਦੇ ਉੱਥੇ ਜੀ। ਹਾਂਜੀ, ਜੇਠ ਮੇਰਾ ਹੈਗਾ ਲਾਗਾ ਜੀ, ਮੈਂ ਸੱਸ ਸਹੁਰੇ ਵਿੱਚ ਹੈ ਜੀ। ਹਾਂਜੀ, ਸਿਰਫ ਇੱਕ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਵੀ HIV ਤੋਂ ਪੀੜਤ ਆ ਗਏ, ਤੁਹਾਡੀ ਬੇਟੀ ਵੀ ਆ ਗਈ ਹੈ, ਸਿਰਫ ਇਹੀ ਕਾਰਨ ਉਹਨਾਂ ਦਾ ਬਣਿਆ ਕਿ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪੇਕੇ ਘਰੇ ਚਲੇ ਜਾਓ? ਹਾਂਜੀ, ਆਹੀ ਜੀ ਕਿਹਾ ਤੁਹਾਨੂੰ। ਪਹਿਲਾਂ ਤਾਂ ਮੈਨੂੰ ਰੱਖਦੇ ਸੀ, ਕਹਿੰਦੇ ਤੂੰ ਆਪਣਾ ਅਲੱਗ ਹੋ ਜਾ, ਆਪਣੇ ਸਮਾਨ ਚੱਕ ਲਾ, ਅਸੀਂ ਰੱਖਣਾ ਹੈਗਾ, ਅਸੀਂ ਰਹਿਣਾ ਇੱਥੇ। ਤਾਂ ਮੇਰੀ ਨਨਾਣ ਕਹਿਣ ਲੱਗੀ, ਕਹਿੰਦੇ ਤੁਹਾਨੂੰ ਨਾ ਹੋ ਜਾਵੇ ਕਿਤੇ ਬਿਮਾਰੀ ਇੱਦਾਂ ਲੱਗ ਨਾ ਜਾਵੇ। ਫਿਰ ਮੈਨੂੰ ਕਹਿਣ ਲੱਗ ਗਈ ਤੂੰ ਕੰਮ ਨਾ ਕਰਿਆ ਕਰ, ਚਾਕੂ ਦਾ ਇੱਦਾਂ ਕਰਤ ਵੱਜ ਜਾਂਦੀ ਆ, ਖੂਨ ਨਿਕਲ ਜਾਂਦਾ, ਫਿਰ ਬਿਮਾਰੀ ਇਹਨਾਂ ਨੂੰ ਲੱਗ ਜਾਊਗੀ, ਤੂੰ ਆਪਣਾ ਲਾਗੇ ਹੋ ਜਾ। ਫਿਰ ਬਾਅਦ 'ਚ ਫਿਰ ਮੇਰੇ ਸੱਸ ਸਹੁਰੇ ਕਹਿਣ ਲੱਗੇ, ਕਹਿੰਦੇ ਹੋਣੀ ਤਾਂ ਹੋਣੀ ਆ, ਚੱਲ ਵਿੱਚ ਤਾਂ ਰਹਿਣਾ ਹੀ ਹੈ, ਨਹੀਂ ਤਾਂ ਸਾਡਾ। ਫਿਰ ਉਹ ਸਾਥ ਦੇਣ ਲੱਗ ਗਏ ਆ, ਕਹਿੰਦੇ ਨਹੀਂ, ਕਹਿੰਦੇ ਇਹਨੂੰ ਲੱਗ ਕਰੋ, ਇਹਨੂੰ ਐਂ ਕਰੋ। ਫਿਰ ਬਾਅਦ 'ਚ ਮੈਂ ਸਮਝਾਇਆ ਆਪਣੀ ਮੰਮੀ ਨੂੰ, ਮੈਂ ਡਾਕਟਰ ਨੇ ਇੱਦਾਂ ਕਿਹਾ, ਇੱਦਾਂ ਹੱਥ ਨਾਲ ਵੀ ਹੁੰਦੀ, ਕੱਸਦਾ ਹੁੰਦੀ ਹੈ ਕਿ ਝੂਠ ਬਸ ਆਪਣੀ ਤੱਕ ਰੱਖੇ ਝੂਠ, ਬਸ ਖੂਨ ਨਾਲ ਹੀ ਹੁੰਦਾ ਆ, ਉੱਦਾਂ ਹੁੰਦੀ ਹੈਗੀ ਬਿਮਾਰੀ। ਤਾਂ ਮੇਰੀ ਦਵਾਈ ਚੱਲੀ ਜਾਂਦੀ ਹੈ, ਇੱਦਾਂ ਕਿਹਾ ਬਸ ਡਾਕਟਰ ਨੇ, ਆਪਣੀ ਸਾਫ ਸਫਾਈ ਰੱਖਣੀ ਆ, ਬਸ ਜੀ ਆਹੀ ਦੱਸਿਆ ਡਾਕਟਰ ਨੇ। ਅੱਛਾ, ਤੁਹਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਤੁਹਾਡੇ ਪਤੀ ਦੀ ਮੌਤ ਹੋ ਗਈ, ਉਦੋਂ ਤੁਹਾਨੂੰ ਪਤਾ ਲੱਗਾ ਕਿ ਇਹ HIV ਤੋਂ ਪੀੜਤ ਸੀ, ਪਰ ਸਹੁਰੇ ਪਰਿਵਾਰ ਨੂੰ ਵੀ ਉਦੋਂ ਹੀ ਪਤਾ ਲੱਗਾ ਕਿ ਜਾਂ ਉਹਨਾਂ ਨੂੰ ਇਸ ਗੱਲ ਦਾ ਪਹਿਲਾਂ ਪਤਾ ਸੀ? ਉਹਨਾਂ ਨੂੰ ਪਹਿਲਾਂ ਪਤਾ ਹੋਣਾ ਜੀ, ਬਾਅਦ 'ਚ ਫਿਰ ਪਤਾ। ਇਹਨਾਂ ਦੇ ਟੈਸਟ ਕਰਾਏ ਆ, ਕਦੋਂ PGI ਦਾਖਲ ਸੀ, ਉਦੋਂ ਉਹਨਾਂ ਨੇ ਡਾਕਟਰ ਨੇ ਦੱਸਿਆ ਜੀ ਇਹਨਾਂ ਨੂੰ ਆਹ ਬਿਮਾਰੀ ਹੈਗੀ ਆ। ਪਹਿਲਾਂ ਮੈਨੂੰ ਹੈ ਨਹੀਂ ਸੀ, ਪਹਿਲਾਂ ਬਾਅਦ 'ਚ ਹੋਈ ਹੈ ਇਹਨਾਂ ਦੇ। ਤਾਂ ਫਿਰ ਮੈਨੂੰ ਕਹਿਣ ਲੱਗ ਗਏ, ਕਹਿੰਦੇ ਤੈਨੂੰ ਸਾਡੇ ਖਾਨਦਾਨ ਵਿੱਚ ਤਾਂ ਹੈ ਹੀ ਨਹੀਂ ਸੀ ਆਹ ਬਿਮਾਰੀ, ਤੂੰ ਤਾਂ ਪਿੱਛੋਂ ਲਿਆਂਦੀ ਆ ਆਪਣੀ ਬਿਮਾਰੀ। ਮੈਨੂੰ ਐ ਤਾਨੇ ਮਨ ਮਾਰਨ ਲੱਗ ਗਏ ਜੀ। ਫਿਰ ਬਾਅਦ 'ਚ ਫਿਰ ਕਹਿੰਦੇ ਤੂੰ ਇੱਥੇ ਹੀ ਰਹਿਣਾ, ਆਪਣੇ ਪੇਕੇ ਘਰ ਰਹੀ, ਉੱਥੇ ਅਸੀਂ ਕੁਛ ਵੀ ਨਹੀਂ ਦੇਣਾ ਹੈਗਾ, ਬਸ ਮੈਨੂੰ ਇੱਦਾਂ ਤੰਗ ਕਰਨ ਲੱਗ ਗਏ ਸੀ। ਹਾਂਜੀ, ਬਿਮਾਰੀ ਬਹੁਤ ਗੰਭੀਰ ਹੈ, ਜਿਸ ਕਾਰਨ ਸਹੁਰੇ ਪਰਿਵਾਰ ਵੱਲੋਂ ਇਹਨਾਂ ਤੋਂ ਪਾਸਾ ਵਟਿਆ ਗਿਆ, ਜਿਸ ਤੋਂ ਬਾਅਦ ਇਹਨਾਂ ਦੀ ਮਾਤਾ ਦਾ ਵੀ ਦੇਹਾਂਤ ਹੋ ਚੁੱਕਾ ਹੈ, ਜਿਸ ਕਾਰਨ ਇਹ ਆਪਣੀ ਮਾਸੀ ਦੇ ਕੋਲ ਵੀ ਰਹਿ ਰਹੇ ਨੇ ਅਤੇ ਮਾਸੀ ਇਹਨਾਂ ਦੀ ਦੇਖਭਾਲ ਕਰ ਰਹੇ ਨੇ। ਇਹ ਵੀ ਸਾਡੇ ਨਾਲ ਮੌਜੂਦ ਨੇ। ਮਾਤਾ ਜੀ, ਤੁਸੀਂ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ, ਕੀ ਕਾਰਨ ਮੰਨਦੇ ਹੋ ਇਸ ਪਿੱਛੇ? ਇਸ ਪਿੱਛੇ ਮੰਨਦੇ ਹਾਂ ਵੀ ਦੇਖੋ ਇਹਦੀ ਮੰਮੀ ਦੀ ਡੈਥ ਹੋ ਗਈ, ਇਸ ਟਾਈਮ ਉਹਨਾਂ ਦੇ ਹੱਥ ਵੀ ਕੋਈ ਵੀ ਹੈ ਨਹੀਂ, ਵੀ ਫਾਦਰ ਹੈ ਜਿਹੜਾ ਉਹ ਵੀ ਓਲਡ ਹੈਗਾ, ਜ਼ਿਆਦਾ ਬਿਮਾਰ ਹੈਗਾ ਵਿਚਾਰਾ, ਉਹ ਵੀ ਨਹੀਂ ਹੈਲਪ ਕਰ ਸਕਦਾ। ਇਸ ਕਰਕੇ ਫਿਰ ਮੈਂ ਇਹਨਾਂ ਦੀ ਹੈਲਪ ਕਰਦੀ ਹਾਂ ਵੀ ਚੱਲ ਬੱਚੀਆਂ ਹੈਗੀਆਂ ਦੋਨੇ, ਚਲੋ ਕੋਈ ਗੱਲ ਨਹੀਂ, ਮੇਰੀ ਰਿਸਪੋਂਸਿਬਿਲਿਟੀ ਹੈਗੀ ਹੈ। ਤਾਂ ਮੈਨੂੰ ਕੁਝ ਗੱਲ ਦਾ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਕਰਕੇ ਕੁੜੀ ਨੂੰ ਤੰਗ ਕਰਦੇ ਹੈਗੇ ਆ। ਤਾਂ ਪੈਸਾ ਦੇ ਲਈ ਜੋ ਵੀ ਹੈ ਮਾਂ ਪਿਓ ਇਹਦਾ ਖਰਚਾ ਕਰਦਾ, ਜਿੰਨਾ ਵੀ ਖਰਚਾ ਲਾਈ ਜਾਂਦਾ ਉਹੀ ਇਹੀ ਲਾਉਂਦੇ, ਯਾਨੀ ਕਿ ਸੱਸ ਸਹੁਰੇ ਨੇ ਕੋਈ ਖਰਚਾ ਨਹੀਂ ਦਿੱਤਾ। 8 ਮਹੀਨੇ ਹੋ ਗਏ ਇਹਦੀ ਹਸਬੈਂਡ ਦੀ ਡੈਥ ਹੋਏ ਨੂੰ, ਤਾਂ ਸਾਰਾ ਖਰਚਾ ਵਰਚਾ ਜਿੰਨਾ ਵੀ ਪੈਸਾ ਤੈਲੀ, ਛੋਟੀ ਸਿਸਟਰ ਹੈਗੀ ਉਹ ਵਿਚਾਰੀ ਆਪ ਦੇ ਕੇ ਆਉਂਦੀ ਜਿੰਨਾ ਵੀ ਹੈਗਾ। ਤਾਂ ਕਹਿਣ ਦਾ ਮਤਲਬ ਹੈ ਵੀ ਉਹ ਖਰਚਾ ਦੇ ਜਾਓ ਤਾਂ ਇਹਨੂੰ ਰੱਖ ਦੇਣਾ, ਨਹੀਂ ਤਾਂ ਕਹਿੰਦੇ ਵੀ ਬਿਮਾਰੀ ਹੈ ਵੀ ਅਸੀਂ ਨਹੀਂ ਰੱਖਣੀ, ਜਿੱਥੇ ਮਰਜ਼ੀ ਲੈ ਕੇ ਜਾਓ ਵੀ ਅਸੀਂ ਇਹਨੂੰ ਨਹੀਂ ਰੱਖਣੀ ਹੈਗੀ, ਠੀਕ ਹੈ। ਤਾਂ ਫਿਰ ਇਹਦੀ ਹੁਣ ਛੋਟੀ ਗੁੜੀਆ ਹੋਈ, ਉਹ ਵੀ 15,000 ਸਾਡੀ ਕੁੜੀ ਨੇ ਹੱਥ 'ਚ ਰੱਖਿਆ ਸਾਥੀ, ਤਾਂ ਜਾ ਕੇ ਕਹਿੰਦੇ ਵੀ ਜਾ ਕੇ ਸਿਜੇਰੀਅਨ ਕਰਾਇਆ, PGI 'ਚ ਸਿਜੇਰੀਅਨ ਕਰਾਇਆ। ਗੁੜੀਆ ਹੋਈ ਇਹਦੇ, ਗੁੜੀਆ ਹੋਈ ਤਾਂ ਉਹ ਫਿਰ ਯਾਨੀ ਕਿ ਗੁੜੀਆ ਨੂੰ ਮੁੱਲ ਵੇਚਦੇ ਸੀ ਵੀ ਜਿੱਦਾਂ ਕਹਿੰਦੇ 5 ਲੱਖ ਦੀ ਵੇਚ ਦਿਓ ਤਾਂ ਸਾਡਾ ਗੱਲ ਕਿੰਨੇ ਕਹੀ ਸੀ ਕਿ ਗੁੜੀਆ ਨੂੰ 5 ਲੱਖ ਦੇ ਵਿੱਚ ਵੇਚਣ ਦੀ ਗੱਲ ਕਰਦੇ ਨੇ? ਹਾਂਜੀ, ਇਹਦੀ ਸੱਸ ਨੇ ਯਾਨੀ ਕਿ ਕਿਹਾ ਇਹਨੂੰ ਖੁਦ
ਤੁਹਾਡੇ ਨਾਲ ਗੱਲ ਹੋਈ ਸੀ, ਸੱਸ ਨੇ ਤੁਹਾਨੂੰ ਕਿਹਾ ਸੀ ਜਦੋਂ ਤੁਹਾਡੀ ਛੋਟੀ ਬੇਟੀ ਹੋਈ ਵੀ ਇਹਨੂੰ ਆਪਾਂ 5 ਲੱਖ ਦੇ ਵਿੱਚ ਵੇਚ ਦਿੰਦੇ ਹਾਂ? ਹਾਂਜੀ, ਮੇਰੀ ਜਠਾਣੀ ਆਈ ਜੀ, ਉਹ ਕਹਿਣ ਲੱਗ ਗਏ, ਕਹਿੰਦੇ ਅਸੀਂ ਗੋਦ ਦੇ ਦਿੰਦੇ ਆ, ਸਾਡਾ ਦੋਸਤ ਤੇਰੇ ਵੀਰ ਜੀ ਦਾ ਦੋਸਤ ਹੈਗੇ, ਚੰਡੀਗੜ੍ਹ ਰਹਿੰਦੀ ਹੈ ਜੀ। ਤਾਂ ਪਹਿਲਾਂ ਮੈਂ ਮੰਨ ਗਈ ਜੀ, ਮੈਂ ਦੇਖੀ ਕਿਆ ਕਹਿੰਦੇ ਕਿਆ ਨਹੀਂ। ਬਾਅਦ 'ਚ ਫਿਰ 4 ਦਿਨਾਂ ਬਾਅਦ ਛੁੱਟੀਆਂ ਹੋਣ ਲੱਗੀ ਸੀ, ਫਿਰ ਮੇਰਾ ਨਨਾਣ ਦਾ ਫਿਰ ਫੋਨ ਆਈ ਗਈ ਮੇਰੀ ਸੱਸ ਕੋਲ ਜੀ। ਫਿਰ ਕਹਿੰਦੇ ਤੂੰ ਆਪਣਾ ਦਿਲ ਕਿਹੜਾ ਕਰ ਲੈ, ਐਂ ਕਰ ਲੈ, ਅਸੀਂ ਰੱਖਣੀ ਨਹੀਂ, ਐਂ ਕਰਨੀ, ਅਸੀਂ ਬਾਰੇ ਤੂੰ ਲੈ ਜੀ। ਫਿਰ ਮੈਂ ਕਿਹਾ ਮੈਂ ਦੇਣੀ ਨਹੀਂ ਗੋਦ, ਮੈਂ ਮੁੱਕਰ ਗਈ ਜੀ। ਫਿਰ ਮੈਨੂੰ ਕਹਿੰਦੇ ਆਪਣੀ 2 ਹੀ ਕੁੜੀਆਂ ਆਪਣੇ ਕੋਲ ਸਾਂਭੀ, ਆਪਣਾ 18 ਸਾਲ ਹੋ ਜੂਗੀ ਆ, ਫਿਰ ਆਪਣੇ ਕੋਲ ਅਸੀਂ ਕੋਰਟ ਵਿੱਚ ਲਿਆਵਾਂਗੇ, ਅਸੀਂ ਇਹਨੂੰ ਇੱਦਾਂ ਕਿਹਾ ਜੀ ਮੈਨੂੰ। ਇਸ ਕਾਰਨ ਝਗੜਾ ਸ਼ੁਰੂ ਹੋਣਾ ਹੋ ਗਿਆ ਕਿ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ, ਬੱਚੀ ਅੱਗੇ ਤੁਸੀਂ ਨਹੀਂ ਦਿੱਤੀ, ਇਸ ਕਾਰਨ ਤੋਂ ਘਰ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਫਿਰ? ਹਾਂਜੀ, ਮੈਂ ਮਨਾ ਕਰ ਦਿੱਤਾ ਤਾਂ ਹੀ ਉਹਨਾਂ ਨੇ ਕਲੇਸ਼ ਕੀਤਾ ਜੀ। ਇੱਦਾਂ ਤੂੰ ਆਪਣੀ ਕੁੜੀ ਗੋਦ ਦਿੱਤੀ ਨਹੀਂ, ਇੱਦਾਂ ਬਸ। ਮੈਨੂੰ ਫਿਰ ਮੰਮੀ ਸੱਸ ਕਹਿਣ ਲੱਗ ਗਈ, ਇੱਦਾਂ ਕਹਿੰਦੇ 5 ਲੱਖ ਦਾ ਲੋਨ ਲਿਆ ਆਪਾਂ, ਉਹ ਆਪਣਾ ਉਤਰ ਜਾਊਗਾ। ਚੱਲ ਮੈਨੂੰ ਪਤਾ ਨਹੀਂ ਸੀ ਜੀ ਆਹ ਕੁੜੀ ਪੈਸੇ ਬਾਰੇ ਇੱਦਾਂ ਕਰਦੇ ਆ ਕਿ ਨਹੀਂ ਕਰਦੀ ਆ। ਮੈਂ ਤਾਂ ਦਾਖਲ ਸੀ, ਮੈਨੂੰ ਕੁਝ ਨਹੀਂ ਪਤਾ ਸੀ ਜੀ ਆਹ ਗੱਲ ਦਾ ਜੀ। ਮੈਂ ਫਿਰ ਘਰ ਆਈ ਤਾਂ ਮੈਨੂੰ ਪਤਾ ਲੱਗਿਆ ਜੀ ਪਹਿਲਾਂ। ਹਾਂਜੀ। ਅੱਛਾ ਮਾਤਾ ਜੀ, ਤੁਸੀਂ ਕਦੋਂ ਲੈ ਕੇ ਆਏ ਇਹਨਾਂ ਬੇਟੀ ਨੂੰ? ਜਦੋਂ ਛੋਟੀ ਬੇਟੀ ਹੋਈ ਉਹ ਇਹਨਾਂ ਦੇ ਸਹੁਰੇ ਪਰਿਵਾਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ, ਤੁਸੀਂ ਇਹਨਾਂ ਨੂੰ ਕਦੋਂ ਤੋਂ ਲੈ ਕੇ ਆਏ ਹੋ ਇੱਥੇ ਹੁਣ? ਮੈਂ ਸਰ ਇਹ ਸਜੇਰੀਨ ਹੋਇਆ 3 ਦਿਨ 4 ਦਿਨ ਹਸਪੀਟਲ 'ਚ ਐਡਮਿਟ ਰਹੀ ਸੀਗੀ। ਤਾਂ ਛੋਟੀ ਸਿਸਟਰ ਨੇ ਮੈਨੂੰ ਫੋਨ ਕੀਤਾ, ਕਹਿੰਦਾ ਮਾਸੀ ਵੀ ਇਹ ਕੁੜੀ ਕਹਿੰਦੀ ਗੋਦ ਦੇਣੀ ਹੈਗੀ, ਤੇ ਆਪਣੀ ਕੁੜੀ ਵੀ ਮੰਨਦੀ ਹੈਗੀ। ਮੈਂ ਕਿਹਾ ਵੀ ਕੀ ਰੀਜ਼ਨ ਹੈਗਾ, ਕਿਸ ਵਾਸਤੇ ਗੋਦ ਦਿੰਦੇ ਹੈਗੇ? ਕੋਈ ਗੱਲ ਨਹੀਂ, ਉਹ ਕਹਿੰਦੀ ਵੀ ਮੇਰੇ ਤੋਂ ਕੁੜੀ ਪਾਲ ਨਹੀਂ ਹੁੰਦੀ, ਕਹਿੰਦੀ ਵੀ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਕੁੜੀ ਮੈਂ ਪਾਲ ਦੂੰਗੀ। ਫਿਰ ਛੋਟੀ ਕੁੜੀ ਨੇ ਕੋਈ ਗੱਲਾਂ ਬਾਤਾਂ ਸੁਣੀਆਂ, ਇਹਦਾ ਜੇਠ ਤਾਂ ਜਠਾਣੀ ਇਹਦੀ ਸੱਸ ਸਹੁਰੇ ਜਿੱਦਾਂ ਨਨਾਣ ਦੇ ਘਰ ਵਾਲਾ ਸਾਰੇ ਇਹਨਾਂ ਗੱਲ ਕਰਦੇ ਸੀ ਵੀ ਕਹਿੰਦੇ 5 ਲੱਖ 'ਚ ਅਸੀਂ ਇਹਨੂੰ ਗੋਦ ਦੇ ਦਿੰਦੇ ਹਾਂ, ਵੀ 5 ਲੱਖ ਰੁਪਏ ਲੈਂਦੇ ਹਾਂ ਵੀ ਸਾਡੇ ਲੋਨ ਦਾ ਪੈਸੇ ਉਤਰ ਜਾਣ। ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਉਦੋਂ ਕੁੜੀ ਨੂੰ ਵੇਚਣ ਲੱਗੇ ਆ, ਉਸੇ ਟਾਈਮ ਇਮੀਡੀਏਟਲੀ ਮੈਂ ਗੱਡੀ ਕਰਾਈ। ਮੈਂ ਕੁੜੀ ਨੂੰ ਕਿਹਾ, ਮੈਂ ਕਿਹਾ ਤੁਸੀਂ ਇੱਥੇ ਰਹੋ, ਵੀ ਕੁੜੀ ਮੈਂ ਕਿਹਾ ਵੀ ਮੈਂ ਕੁੜੀ ਨੂੰ ਲੈ ਕੇ ਆਉਣ ਨਾਲ ਉਹਦੀ ਮਦਰ ਨੂੰ ਵੀ ਲੈ ਕੇ ਆਉਣਾ, ਵੀ ਇਹਦੀ ਸੱਸ ਸਹੁਰੇ ਸਾਰੀ ਫੈਮਿਲੀ ਇਹੀ ਕਹਿੰਦੀ ਤੁਸੀਂ ਕੁੜੀ ਦੇ ਕੇ ਤਾਂ ਗੱਡੀ ਕਰਾ ਕੇ ਤੁਸੀਂ ਬਾਹਰ ਦੀ ਬਾਹਰ ਚੱਲ ਜਾਓ, ਯਾਨੀ ਕਿ ਤੁਸੀਂ ਪਿੰਡ 'ਚ ਨਾ ਵੜਿਓ, ਵੀ ਪਿੰਡ ਵਾਲਿਆਂ ਨੂੰ ਪਤਾ ਨਾ ਲੱਗ ਜਾਵੇ ਵੀ ਕੁੜੀ ਗੋਦ ਦੇਤੀ ਹੈ, ਜਿੱਦਾਂ ਵੀ ਵੇਚ ਦਿੱਤੀ ਹੈ, ਕਿਸੇ ਨੂੰ ਪਤਾ ਨਾ ਲੱਗੇ, ਭਨਕ ਨਾ ਲੱਗੇ, ਚੁੱਪ ਕਰਕੇ ਆਪਣੇ ਪੇਕਿਆਂ ਨੂੰ ਕਰਨ ਚੱਲ ਜਾਓ। ਜਦ ਮੈਨੂੰ ਇਸ ਘਟਨਾ ਦਾ ਪਤਾ ਲੱਗਾ, ਛੋਟੀ ਕੁੜੀ ਜਿਹਦੀ ਸਿਸਟਰ ਹੈ ਛੋਟੀ, ਤੇ ਇਹਨੇ ਮੈਨੂੰ ਦੱਸਿਆ ਮਾਸੀ ਆਹ ਗੱਲ ਕਹਾਣੀ ਹੈ। ਮੈਂ ਕਿਹਾ ਤੁਸੀਂ ਉੱਥੇ ਰਹੋ, ਮੈਂ ਕੁੜੀ ਵੀ ਤੇ ਕੁੜੀ ਦੀ ਮੰਮੀ ਵੀ ਇਕੱਠੀ ਲੈ ਕੇ ਆਉਣਾ, ਕੋਈ ਗੱਲ ਨਹੀਂ, ਮੈਂ ਬਾਅਦ 'ਚ ਦੇਖਦੀ ਹਾਂ ਵੇਚਣ ਵਾਲੇ ਇਹਨਾਂ ਨੂੰ ਦੇਖ ਲੈਂਦੇ ਮੈਂ, ਕੋਈ ਗੱਲ ਨਹੀਂ, ਕਰਦੀ ਮੈਂ ਗੱਲ। ਜਾਂ ਅਦਰਵਾਈਜ਼ ਕੋਈ ਗੱਲ ਹੁੰਦੀ ਸਾਡੇ ਨਾਲ ਗੱਲ ਕਰਦੀ ਜਾਂ ਮਾਪਿਆਂ ਨਾਲ ਗੱਲ ਕਰਦੀ। ਹਰੇਕ ਵਾਰੀ ਉਹਨਾਂ ਨੇ ਅਟੈਕ ਕੀਤਾ, ਕੁੜੀ ਨੂੰ ਧਮਕਾਇਆ, ਮਾਰਦੇ ਕੁੱਟਦੇ ਜਿੱਦਾਂ ਮਰਜ਼ੀ। ਤਾਂ ਇਹ ਕਹਿਣ ਦਾ ਮਤਲਬ ਹੈ ਵੀ ਕੁੜੀ ਨੂੰ ਯਾਨੀ ਕਿ ਤੰਗ ਕਰਦੇ। ਹੁਣ ਕਹਿੰਦੀ ਜਾਓ ਜਿੱਥੇ ਥਾਣੇ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਤੁਹਾਨੂੰ ਕੁੜੀ ਦਾ ਹੱਕ ਨਹੀਂ ਦਿੰਦੇ ਅਸੀਂ, ਕਹਿੰਦੇ ਨਾ ਸਾਡੇ ਬੱਚੇ ਲੱਗਦੇ ਨਾ ਸਾਡੀ ਕੁੜੀ ਲੱਗਦੀ ਹੈਗੀ। ਜਦੋਂ ਇਹਨੇ ਮਨਾ ਕਰਤਾ ਜੀ ਸਾਰੀ ਮਤਲਬ ਪਲਾਨ ਇਹਨਾਂ ਦਾ ਕਾਮਯਾਬ ਨਹੀਂ ਹੋਇਆ, ਇਸ ਕਰਕੇ ਕੁੜੀ ਨੂੰ ਦੋਨਾਂ ਨੂੰ ਭੈਣਾਂ ਨੂੰ ਤਾਂ ਪੋਤੀਆਂ ਨੂੰ ਆਪਣੇ ਨੂੰ ਬਾਹਰ ਕੱਢਤਾ ਇਹਨਾਂ ਨੇ। ਤੁਹਾਡੇ ਨਾਲ ਵੀ ਕੋਈ ਗੱਲ ਹੋਈ ਸੀ ਛੋਟੀ ਬੱਚੀ ਨੂੰ ਦੇਣ ਦੀ? ਹਾਂਜੀ, ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ। ਇਹਦੀ ਸਿਸਟਰ ਹੈ ਛੋਟੀ, ਇਹਦੇ ਨਾਲ ਹੀ ਜਿਹੜੀ ਗੱਲ ਹੋਈ, ਇਹਨਾਂ ਨੂੰ ਦਬਕਾਇਆ ਗਿਆ, ਮਾਰਿਆ ਗਿਆ, ਜਿਸ ਤਰ੍ਹਾਂ ਮਰਜ਼ੀ ਇਹਨੂੰ ਕੁੱਟਿਆ, ਇਹਨੂੰ ਇਹਦੀ ਸੱਸ ਨੇ ਬਾਲ ਬੁਲ ਪੱਟੇ। ਇਹ ਅਗੇਂਸਟ ਹੋ ਗਈ ਵੀ ਮੈਂ ਨਹੀਂ ਇਹ ਘਰ ਕੰਮ ਹੋਣ ਦੇਣਾ, ਵੀ ਕੋਈ ਨਹੀਂ, ਵੀ ਮੈਂ ਕੁੜੀ ਨਹੀਂ ਵੇਚਣ ਦੇਣੀ, ਜੋ ਮਰਜ਼ੀ ਹੋ ਜੇ। ਮਾਸੀ ਦਾ ਫੋਨ ਆਇਆ ਵੀ ਮੈਂ ਨਹੀਂ ਹੋਣ ਦੇਣਾ, ਵੀ ਉਹ ਤਾਂ ਭੋਲੀ ਹੈਗੀ, ਬੋਲਦੀ ਨਹੀਂ ਵਿਚਾਰੀ, ਇਹ ਨਹੀਂ ਸੇਵਾ ਕਰਦੀ, ਸੱਸ ਸਹੁਰੇ ਦੀ ਸੇਵਾ ਕਰਦੀ ਹੈ, ਸਹੁਰੇ ਦੀ ਨੁਹਾਉਂਦੀ ਧੁਆਉਂਦੀ, ਲੈਟਰਿਨ ਬਾਥਰੂਮ ਸਾਰਾ ਮਤਲਬ ਕੇਅਰ ਕਰਦੀ ਸੱਸ ਸਹੁਰਿਆਂ ਦੀ। ਇਹ ਸਾਰਾ ਪਿੰਡ ਇਸ ਚੀਜ਼ ਦਾ ਗਵਾਹ ਹੈ ਗਿਆ। ਤੇ ਇਹ ਫਿਰ ਕੁੜੀ ਬੋਲੀ, ਕਹਿੰਦੀ ਮਾਸੀ ਵੀ ਇਹ ਤਾਂ ਬੋਲਦੀ ਨਹੀਂ, ਕਿ ਭੋਲੀ ਹੈਗੀ ਹੈ, ਤਾਂ ਕੀ ਕਰੀਏ? ਫਿਰ ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਇਹਦੀ ਕੁੜੀ ਨੂੰ ਕੁੱਟਿਆ ਮਾਰਿਆ ਇਹਦੀ ਸੱਸ ਨੇ, ਤੇ ਉਹਦੇ ਵੀ ਕੁੱਟਿਆ ਮਾਰਿਆ, ਉਹਨੂੰ ਅੰਦਰ ਤਾੜਤਾ, ਕਮਰੇ 'ਚ ਤਾਂ ਬੰਦ ਕਰਤਾ। ਤਾਂ ਮੈਂ ਫਿਰ ਉਸੇ ਟਾਈਮ ਇਹਨਾਂ ਨੂੰ ਯਾਨੀ ਕਿ ਲੈ ਕੇ ਕੱਢ ਕੇ ਲੈ ਕੇ ਉੱਥੋਂ ਲੜਾਈ ਵਿੱਚੋਂ ਕੱਢ ਕੇ ਲੈ ਕੇ ਮੈਂ ਗੱਡੀ ਕਰਾ ਕੇ। ਇਹ ਛੋਟੀ ਭੈਣ ਆ ਇਹਨਾਂ ਦੀ, ਇਹ ਵੀ ਉੱਥੇ ਉਸ ਸਮੇਂ ਮੌਜੂਦ ਸੀ। ਇਹਨਾਂ ਤੋਂ ਜਾਣਦੇ ਹਾਂ ਕਿ ਉਸ ਸਮੇਂ ਹਾਲਾਤ ਸੀ, ਕੀ ਘਟਨਾ ਵਾਪਰੀ, ਕਿਉਂ ਇੰਨਾ ਝਗੜਾ ਉੱਥੇ ਵੱਧ ਗਿਆ? ਝਗੜਾ ਇਸ ਕਰਕੇ ਵੱਧ ਕੇ ਜੀ, ਮੈਨੂੰ ਪਹਿਲਾਂ ਤਾਂ ਮੈਨੂੰ ਬੁਲਾ ਲਿਆ ਇਹਨਾਂ ਨੇ, ਕਹਿਤਾ ਕਿ ਤੁਸੀਂ ਆ ਜਾਓ ਵੀ ਡਿਲੀਵਰੀ ਹੋਣੇ ਵਾਲੀ ਹੈ ਕੱਲੀ। ਤਾਂ ਫਿਰ ਬਹੁਤ ਦੁੱਖ ਭਰੀ ਕਹਾਣੀ ਹੈ, ਖੁਦ ਭਾਵੁਕ ਹੋ ਜਾਂਦਾ ਹੈ ਇਨਸਾਨ। ਅਜਿਹੇ ਜੋ ਹਾਲਾਤ ਦੇਖੇ ਹੋਣ, ਇਹ ਹਾਲਾਤਾਂ ਨੂੰ ਬਿਆਨ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਇਹਨਾਂ ਦੀ ਮਾਸੀ ਹੁਣਾਂ ਦੇ ਨਾਲ ਹੀ ਗੱਲਬਾਤ ਕਰ ਦਿੰਦੇ ਹਾਂ ਅਸੀਂ ਕਿ ਉੱਥੇ ਇਹਨਾਂ ਨੂੰ ਫਿਰ ਜਦੋਂ ਉਹਨਾਂ ਨੇ ਕਹਿਤਾ ਵੀ ਤੁਸੀਂ ਘਰੇ ਲੈ ਜਾਓ, ਇਹਨਾਂ ਨੂੰ ਕੋਈ ਹਿੱਸਾ ਵੀ ਉੱਥੋਂ ਦਿੱਤਾ ਗਿਆ ਘਰ ਦੇ ਵਿੱਚੋਂ? ਫਿਰ ਹਾਂਜੀ, ਕੋਈ ਹਿੱਸਾ ਨਹੀਂ ਦਿੱਤਾ ਹੈਗਾ। ਤਾਂ ਕਹਿੰਦੇ ਵੀ ਸਰਪੰਚ ਵੀ ਬੁਲਾ ਲਏ ਸੀ, ਪੁਰਾਣੇ ਸਰਪੰਚ ਵੀ ਆਏ ਸੀਗੇ, ਤੇ ਦੋਨਾਂ ਨੂੰ ਬੁਲਾ ਲਿਆ। ਮੈਂ ਕਿਹਾ ਵੀ ਤੁਸੀਂ ਬੈਠੋ, ਗੱਲਬਾਤ ਕਰੋ, ਅਦਰਵਾਈਜ਼ ਇਹਨੂੰ ਰੱਖਣਾ ਤਾਂ ਵੀ ਦੱਸ ਦਿਓ, ਨਹੀਂ ਰੱਖਣਾ ਤਾਂ ਵੀ ਦੱਸ ਦਿਓ, ਠੀਕ ਹੈ ਨਾ? ਹੱਕ ਤਾਂ ਇਹਨਾਂ ਦਾ ਇੱਥੇ ਹੀ ਹੈਗਾ।
ਤਾਂ ਕਹਿੰਦੇ ਇਹਨੂੰ ਲੈ ਜਾਓ, ਅਸੀਂ ਨਹੀਂ ਰੱਖਣੀ ਗੀ, 2 ਮਹੀਨੇ ਰੱਖੋ ਚਾਹੇ 4 ਮਹੀਨੇ ਰੱਖੋ, ਤੁਹਾਨੂੰ ਪਤਾ ਲੱਗ ਜਾਣਾ ਵੀ ਖਰਚਾ ਚੱਲੋ, ਪਤਾ ਲੱਗੂਗਾ ਵੀ ਕੁੜੀਆਂ ਦਾ ਖਰਚਾ ਕਿੱਦਾਂ ਚੱਲਣਾ। ਮੈਂ ਕਿਹਾ ਕੋਈ ਗੱਲ ਨਹੀਂ, ਕੁੜੀਆਂ ਕੋਈ ਉੱਪਰੋਂ ਨਹੀਂ ਡਿੱਗਦੀਆਂ, ਕੋਈ ਗੱਲ ਨਹੀਂ, ਸਾਨੂੰ ਉਹ ਵੀ ਮਨਜ਼ੂਰ ਹੈ। ਮੈਂ ਕਿਹਾ ਅਸੀਂ ਰੱਖ ਲਾਂਗੇ, ਕੋਈ ਟੈਨਸ਼ਨ ਨਹੀਂ। ਮੈਂ ਕਿਹਾ ਤੁਹਾਨੂੰ ਕੋਈ ਟੈਨਸ਼ਨ ਨਹੀਂ, ਮੈਂ ਕਿਹਾ ਕੋਈ ਗੱਲ ਨਹੀਂ, ਠੀਕ ਹੈ। ਜਦੋਂ ਤੁਹਾਡੇ ਮੈਂ ਕਿਹਾ ਮੁੰਡੇ ਦੀ ਡੈਥ ਹੋ ਜੀ, ਉੱਥੋਂ ਲੈ ਕੇ ਇੱਥੇ ਤੱਕ ਅਸੀਂ ਹੈਲਪ ਕਰ ਸਕਦੇ, ਪੈਸਾ ਲਾ ਸਕਦੇ, ਦਵਾਈ PGI ਤੋਂ ਸਾਰੇ ਟੈਸਟ ਵਗੈਰਾ ਸਭ ਕੁਝ ਕਰਵਾ ਸਕਦੇ ਸੀ, ਤਾਂ ਰੋਟੀ ਵੀ ਦੇ ਸਕਦੇ ਹਾਂ। ਮੈਂ ਕਿਹਾ ਇੱਦਾਂ ਦੀ ਨਹੀਂ ਗੱਲ। ਤਾਂ ਫਿਰ ਮਤਲਬ ਵੀ ਉਹਨਾਂ ਨੇ ਕਿਹਾ ਵੀ ਸਮਾਨ ਚੱਕ ਲਓ, ਸਾਡੇ ਘਰੋਂ ਇੱਥੋਂ ਸਮਾਨ ਚੱਕੋ, ਅਤੇ ਬਾਹਰ ਇਹਦੀ 6 ਮਰਲੇ ਰਜਿਸਟਰੀ ਹੋਈ ਹੈ, ਇਹਦੇ ਹਸਬੈਂਡ ਦੀ ਰਜਿਸਟਰੀ ਹੋਈ ਹੈ, ਅਤੇ ਉਹਦੀ ਦੁਕਾਨ ਵੀ ਸਮਾਨ ਰੱਖਦਾ, ਕਹਿੰਦੇ ਜਿੰਦਾ ਮਾਰੋ ਸਮਾਨ ਆਪਣਾ ਚੱਕ ਲਓ, ਠੀਕ ਹੈ। ਤਾਂ ਅਸੀਂ ਆਪਣਾ ਜੀ ਸਮਾਨ ਚੱਕ ਕੇ ਰੱਖ ਕੇ ਅਸੀਂ ਆ ਗਏ ਹਾਂ। ਤਾਂ ਕਹਿੰਦੇ ਵੀ ਕਿਰਾਏਦਾਰ ਬੈਠੇ ਆ, ਉਹ ਕਿਰਾਏ ਜਾਂ ਨਿੱਕੀ ਨੀਲਮ ਕੁਮਾਰੀ ਲਊਗੀ। ਇਸ ਟਾਈਮ ਕਿਰਾਏਦਾਰ ਤੋਂ ਇੱਕ ਵਾਰੀ ਅਸੀਂ 2500 ਰੁਪਏ ਲੈ ਆਏ ਸੀਗੇ। ਉਸ ਕਰਕੇ ਜਦੋਂ 2500 ਰੁਪਏ ਨੀਲਮ ਕੁਮਾਰੀ ਜਦੋਂ ਆਪਣੇ ਬੱਚਿਆਂ ਵਾਸਤੇ ਉਹ ਕਹਿੰਦੀ ਚਲ ਵੀ ਆਪਣੇ ਬੱਚੇ ਪਾਲ ਲੂ, ਗੁੜੀਆ ਪਾਲ ਲੂਗੀ, ਚਲ ਕੋਈ ਨਹੀਂ, ਖਰਚਾ ਹੋਰ ਤਾਂ ਕੋਈ ਦਿੰਦੇ ਨਾ, ਸੱਸ ਸਹੁਰੇ ਨੇ ਖਰਚਾ ਦਿੱਤਾ ਗਾ। ਅੱਜ 2 ਮਹੀਨੇ ਹੋ ਗਏ ਮੇਰੇ ਕੋਲ ਆਈ ਨਹੀਂ ਇਸ ਟਾਈਮ, ਜਿੰਨਾ ਵੀ ਖਰਚਾ ਅਸੀਂ ਲਾਈ ਜਾਂਦੇ ਹੈਗੇ। ਤਾਂ ਉਹਨਾਂ ਨੇ ਯਾਨੀ ਕਿ ਨਾ ਫੋਨ ਕਰਕੇ ਪੁੱਛਿਆ ਵੀ ਕਿੱਦਾਂ ਹੈ ਜਾਂ ਕਿੱਦਾਂ ਨਹੀਂ, ਕੋਈ ਗੱਲਬਾਤ ਨਹੀਂ ਕੀਤੀ। ਪਹਿਲਾਂ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ? ਹਾਂਜੀ 2 ਮਹੀਨੇ ਹੋ ਗਏ ਸਾਡੇ ਕੋਲ ਰਹਿੰਦਿਆਂ ਨੂੰ। 2 ਮਹੀਨੇ ਦੇ ਵਿੱਚ ਕੋਈ ਸਹੁਰਾ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ, ਕੋਈ ਰਾਬਤਾ ਹੋਇਆ ਉਹਨਾਂ ਵੱਲੋਂ, ਜਾਂ ਕੋਈ ਬੁਲਾਇਆ ਗਿਆ? ਕੋਈ ਫੋਨ ਨਹੀਂ ਆਇਆ, ਕੋਈ ਫੋਨ ਨਹੀਂ ਆਇਆ, ਕੋਈ ਕੰਟੈਕਟ ਨਹੀਂ, ਕੋਈ ਕੁਝ ਨਹੀਂ ਹੈਗਾ। ਯਾਨੀ ਕਿ ਉਹਦਾ ਵੱਲੋਂ ਤਾਂ ਬਿਲਕੁਲ ਪੱਲਾ ਝਾੜ ਲਿਆ ਵੀ ਸਾਡੀ ਕੁਝ ਨਹੀਂ ਲੱਗਦੀਆਂ, ਇਹ ਨਾ ਪੋਤੀਆਂ ਸਾਡੀਆਂ ਨਾ ਨੂੰਹ ਹੈ, ਮਤਲਬ ਸਾਡਾ ਮੁੰਡਾ ਮੁੱਕ ਗਿਆ, ਸਾਡਾ ਰਾਂਝਾ ਰਾਂਝੀ ਖਤਮ ਹੋਇਆ ਸੀ, ਇਹਨੂੰ ਕੁਝ ਨਹੀਂ ਦੇਣਾ ਕਹਿੰਦੀ। ਹੁਣ ਤੁਹਾਡੀ ਮੰਗ ਕੀ ਆ? ਉੱਥੇ ਤੁਸੀਂ ਸਹੁਰੇ ਘਰ ਭੇਜਣਾ ਚਾਹੁੰਦੇ ਹੋ ਇਹਨੂੰ, ਲੜਕੀ ਨੂੰ, ਕੀ ਮੰਗ ਕੀ ਹੈ ਤੁਹਾਡੀ? ਮੰਗ ਸਾਰੇ ਇਹੀ ਹੈ ਵੀ ਦੋਨੋਂ ਕੁੜੀਆਂ ਨੂੰ, ਪੋਤੀਆਂ ਨੂੰ ਹੱਕ ਮਿਲੇ, ਇਹਨੂੰ ਪੜ੍ਹਾਈ ਦਾ ਖਰਚਾ ਵੀ ਹੋਵੇ ਤੇ ਖਾਣ ਆਪਣਾ ਰੋਟੀ ਦਾ ਵੀ ਖਰਚਾ, ਕੋਈ ਆਮਦਨੀ ਹੋ, ਕੋਈ ਕੰਮ ਦਾ ਵੀ ਹੋਵੇ, ਕੋਈ ਪੈਸਾ ਦੇ ਲਈ ਵੀ ਚੱਲੇ, ਆਪਣਾ ਬੱਚਿਆਂ ਦਾ ਢਿੱਡ ਪਾਲ ਸਕੇ। ਤਾਂ ਇਹਦਾ ਹੱਕ ਹੈ ਜਿਹੜਾ ਮਤਲਬ ਘਰ ਰਹਿਣ ਨੂੰ ਵੀ ਹੋਵੇ ਇਹਨੂੰ, ਤੇ ਮਤਲਬ ਆਪਣਾ ਦਿਹਾੜੀ ਦੂੜੀ ਕਰਕੇ ਜਿਸ ਤਰ੍ਹਾਂ ਮਰਜ਼ੀ ਆਪਣੇ ਬੱਚੇ ਪਾਲੇ, ਇਹਨੂੰ ਡਿਸਟਰਬ ਨਾ ਕਰੇ ਕੋਈ ਵੀ। ਜਾਨੀ ਕਿ ਜਿਹੜਾ ਇਹਨਾਂ ਨੂੰ ਘਰ ਦਿੱਤਾ ਗਿਆ ਉੱਥੇ ਰਹਿਣ ਵਾਸਤੇ, ਉੱਥੇ ਪਹਿਲਾਂ ਰਹਿੰਦੇ ਸੀ ਉੱਥੇ, ਕਿ ਜਾਂ ਹੁਣ ਜੇ ਉਹ ਜਾਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਉੱਥੇ ਰੱਖਣ ਦੇ ਵਿੱਚ? ਹਾਂਜੀ ਦਿੱਕਤ ਪਰੇਸ਼ਾਨੀ ਇਹ ਹੈ ਵੀ ਦੋਨੇ ਮਾਂ ਵੀ ਪੀੜਿਤ ਹੈਗੀ HIV ਤੋਂ, ਤਾਂ ਵੀ ਗੁੜੀਆ ਵੀ ਪੀੜਿਤ ਹੈਗੀ HIV ਤੋਂ, ਵੀ ਸਾਡੇ ਤੋਂ ਨਾ ਦਵਾਈ ਦਵਾ ਹੁੰਦੀ, ਨਾ ਸਾਡੇ ਤੋਂ ਪੈਸਾ ਲਾ ਹੁੰਦਾ, ਵੀ ਅਸੀਂ ਨਹੀਂ ਇਹਨਾਂ ਦੀ ਜ਼ਿੰਮੇਵਾਰੀ ਚੱਕ ਸਕਦੇ। ਕਹਿੰਦੀ ਵੀ ਸਾਡੇ ਕੋਲ ਨਾ ਰੋਟੀ ਹੈਗੀ ਹੈ, ਸਾਨੂੰ ਕਹਿੰਦੇ ਵੀ ਤੁਸੀਂ ਪੈਸਾ ਦੇ ਲਈ ਦਿਓ, ਇਹਨਾਂ ਦੇ ਹੱਥ ਜਿੰਨਾ ਵੀ ਖਰਚਾ ਵਰਚਾ ਸਾਰਾ ਮਾਂ ਪਿਓ ਖਰਚਾ ਕਰੀ ਜਾਂਦਾ, ਉਹ ਕੁਝ ਨਹੀਂ ਕਰਦੇ ਇਸ ਟਾਈਮ। ਹਾਂਜੀ ਸਮਾਜ ਦੇ ਵਿੱਚ ਲੜਕੀਆਂ ਨੂੰ ਵੀ ਬਹੁਤ ਸਾਰੇ ਅਜਿਹੇ ਕੁਝ ਲੋਕ ਹੈਗੇ ਨੇ ਜਿਹੜੇ ਨਹੀਂ ਚੰਗਾ ਸਮਝਦੇ। ਕੀ ਕਾਰਨ ਮੰਨਦੇ ਹੋ ਵੀ HIV ਪੀੜਤ ਨੇ ਇਹ ਬੱਚੇ, ਇਸ ਡਰ ਦੇ ਕਾਰਨ ਉਹ ਆਪਣੇ ਨਾਲ ਨਹੀਂ ਰੱਖ ਰਹੇ ਇਹਨਾਂ ਨੂੰ? ਹਾਂਜੀ ਹਾਂਜੀ ਡਰ ਦੇ ਕਾਰਨ ਵੀ, ਜਾਣੀ ਕਿ ਡਰ ਦੇ ਕਾਰਨ ਵੀ ਸਾਨੂੰ ਨਾ ਕਦੇ ਬਿਮਾਰੀ ਹੋ ਜਾਵੇ, ਵੀ ਇਸ ਤਰ੍ਹਾਂ ਕਰਕੇ ਵੀ ਸਾਨੂੰ ਨਾ ਹੋ ਜਾਵੇ, ਵੀ ਅਸੀਂ ਨਾਲੇ ਵੀ ਖਰਚਾ PGI ਜਾਣਾ ਆਉਣਾ ਵੀ ਪਰੇਸ਼ਾਨੀ ਬਹੁਤ ਜ਼ਿਆਦਾ, ਵੀ ਅਸੀਂ ਨਹੀਂ ਇਹ ਚੱਲ ਸਕਦੇ ਕਹਿੰਦੀ। ਹੁਣ ਤੁਸੀਂ ਇਸ ਬਾਰੇ ਸ਼ਿਕਾਇਤ ਦਿੱਤੀ ਪੁਲਿਸ ਨੂੰ? ਹਾਂਜੀ ਅਸੀਂ ਸ਼ਿਕਾਇਤ ਲਿਖਾਈ ਹੈ, ਅਸੀਂ ਮਰਿੰਡੇ ਵੀ ਦਿੱਤੀ ਹੈ, ਰਿਪੋਰਟ ਦਿੱਤੀ ਸੀ। ਹਾਂਜੀ ਫਿਰ ਹੁਸ਼ਿਆਰਪੁਰ ਦਿੱਤੀ ਹੈ, SP ਦੇ ਦਿੱਤੀ ਹੈਗੀ। ਤਾਂ ਦੇਖੋ ਹੁਣ ਕੀ ਕਾਰਵਾਈ, ਯਾਨੀ ਕਿ ਮਰਿੰਡੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਟਾਈਮ। ਤਾਂ ਮੇਰੇ ਹੁਸ਼ਿਆਰਪੁਰ ਦਿੱਤੀ ਹੈ, ਦੇਖੋ ਹੁਣ ਕੀ ਕਰਦੇ, ਕਿ ਕਿਸ ਨੂੰ ਉਹਨਾਂ 'ਤੇ ਰਹਿ ਗਈ ਗੱਲ। ਮਸਲਾ ਕਾਫੀ ਗੰਭੀਰ ਹੈ। ਇਹ ਛੋਟੀ ਜੀ ਮਾਸੂਮ ਜੀ ਬੱਚੀ ਹੈ ਜਿਹੜੀ HIV ਤੋਂ ਪੀੜਤ ਹੈ। ਇਸ ਮਾਮਲੇ ਦੇ ਵਿੱਚ ਇਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ, ਦਰਖਾਸਤ ਦਿੱਤੀ ਗਈ ਹੈ, ਪਰ ਉਹਨਾਂ ਦਾ ਪੱਖ ਜਾਣਨਾ ਵੀ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਸਹੁਰਾ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਅਤੇ ਉਹਨਾਂ ਤੋਂ ਵੀ ਜਾਣਿਆ ਜਾਵੇ ਕਿ ਉਹਨਾਂ ਦਾ ਪੱਖ ਕੀ ਹੈ। ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ, ਕਿਉਂਕਿ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ HIV ਪੀੜਤ ਹੋਣ ਕਾਰਨ ਪਰਿਵਾਰ ਵੱਲੋਂ ਨਹੀਂ ਰੱਖਿਆ ਗਿਆ, ਜਿਸ ਕਾਰਨ ਇਹਨਾਂ ਨੂੰ ਇੱਥੇ ਆ ਕੇ ਪੇਕੇ ਘਰ ਦੇ ਵਿੱਚ ਰਹਿਣਾ ਪੈ ਰਿਹਾ ਹੈ। 2 ਮਾਸੂਮ ਬੱਚੀਆਂ ਨੇ ਛੋਟੀਆਂ। ਸਹੁਰਾ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਵੀ ਪੱਖ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ। ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰਨ ਚਾਹੁੰਦੇ ਹੋ, ਇਹਨਾਂ ਦੇ ਸਹੁਰਾ ਪਰਿਵਾਰ ਦੇ ਵਿੱਚ ਜੋ ਇਹਨਾਂ ਦੇ ਸਹੁਰਾ ਨੇ ਇਸ ਭੈਣ ਦੇ, ਇਹਨਾਂ ਨੂੰ ਫੋਨ ਤੇ ਰਾਬਤਾ ਕੀਤਾ ਜਾ ਰਿਹਾ ਹੈ, ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦਾ ਪੱਖ ਜਾਣਿਆ ਜਾਵੇ, ਕਿਉਂਕਿ ਇਹਨਾਂ ਦਾ ਪੱਖ ਜਾਣਨਾ ਵੀ ਬਹੁਤ ਜ਼ਰੂਰੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ 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 ਮੈਂ ਮਨਪ੍ਰੀਤ ਕਾਲੋਂ ਗੱਲ ਕਰ ਰਿਹਾ ਜੀ, TV ਪੰਜਾਬ ਨਿਊਜ਼ ਚੈਨਲ ਤੋਂ। ਹਾਂਜੀ ਹਾਂਜੀ ਅਸੀਂ ਤੁਹਾਡੇ ਘਰ ਦੀ ਇੱਕ ਨੂੰ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਸੀ ਇਸ ਸਮੇਂ। ਹਾਂਜੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਅਸੀਂ। ਉਹਨਾਂ ਦੇ ਇਲਜ਼ਾਮ ਨੇ ਕਿ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਨਹੀਂ ਰੱਖ ਰਹੇ ਕਿਉਂਕਿ HIV ਪੀੜ ਤੋਂ ਸਾਡਾ ਫਰਜ਼ ਹੈ ਕਿ ਤੁਹਾਡਾ ਵੀ ਇੱਕ ਵਾਰੀ ਪੱਖ ਜਾਣਿਆ ਜਾਵੇ। ਨਹੀਂ ਸਰ, ਅਸੀਂ ਤਾਂ ਉਹਨਾਂ ਨੂੰ ਜਗ੍ਹਾ ਦਿੱਤੀ ਵੀ ਰਹਿਣੇ ਲਈ ਜੀ। ਉਹ ਕਹਿੰਦੇ ਨੇ ਕਿ ਜਿਹੜੀ ਜਗ੍ਹਾ ਦਿੱਤੀ ਗਈ ਹੈ ਉਸ ਜਗ੍ਹਾ ਤੇ ਕੁਝ ਲੋਨ ਲਿਆ ਹੋਇਆ 3-4 ਲੱਖ ਰੁਪਏ ਦਾ। ਸਹੁਰਾ ਪਰਿਵਾਰ ਵੱਲੋਂ ਕਿਹਾ ਜਾਂਦਾ ਕਿ ਜੇਕਰ ਜਾਂ ਤਾਂ ਉਹ 3 ਲੱਖ ਰੁਪਏ ਦਾ ਲੋਨ ਉਤਾਰਿਆ ਜਾਵੇ ਫਿਰ ਉਸ ਜਗ੍ਹਾ ਦੇ ਵਿੱਚ ਰਹਿਣ ਦਿੱਤਾ ਜਾਵੇਗਾ। ਉਹ 1 ਸਾਲ ਦੀ ਕਿਸ਼ਤ ਬਾਕੀ ਆ ਜੀ, ਮਤਲਬ ਉਹਨਾਂ ਨੂੰ ਅਸੀਂ ਰਹਿਣ ਲਈ ਦੇਤੀ ਆ ਉਹ ਜੀ, ਉਹਦੀ ਸਾਰੀ ਸੁਵਿਧਾ ਹੈ ਜੀ, ਕੋਈ ਏਦਾਂ ਦੀ ਕੋਈ ਗੱਲ ਨਹੀਂ ਸੀ। ਹੁਣ ਤੱਕ ਅਸੀਂ ਆਪਣੇ ਨਾਲ ਰੱਖਿਆ ਵਾ ਸੀ ਉਹਨਾਂ ਨੂੰ ਜੀ।
ਅੱਜ ਤੱਕ ਕੋਈ ਅਸੀਂ ਉਹਦੇ ਨਾਲ ਏਦਾਂ ਦਾ ਕੋਈ ਵਿਤਕਰਾ, ਕੋਈ ਏਦਾਂ ਦਾ ਕੋਈ ਉਹ ਨਹੀਂ ਕਰਿਆ ਸੀ। ਬੱਚਾ ਹੋਣੇ ਤੱਕ ਅਸੀਂ ਉਹਨਾਂ ਦੇ ਨਾਲ ਖੜੇ ਸੀ। ਹੁਣ ਵੀ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹ ਸੱਸ ਸਹੁਰੇ ਦੇ ਨਾਲ ਪਹਿਲਾਂ ਰਹਿੰਦੇ ਸੀ, ਸਿਰਫ HIV ਤੋਂ ਦੇ ਡਰ ਕਾਰਨ ਹੀ ਉਹਨਾਂ ਨੂੰ ਵੱਖਰੇ ਤੌਰ ਤੇ ਰਹਿਣ ਦਿੱਤਾ ਗਿਆ। ਉਹਨਾਂ ਦੇ ਪਤੀ ਦੀ ਮੌਤ ਹੋ ਗਈ, ਜਿਸ ਕਾਰਨ ਉਹਨਾਂ ਨੂੰ ਇੱਕ ਵੱਖਰੇ ਤੌਰ ਤੇ ਛੱਡ ਦਿੱਤਾ ਗਿਆ, ਤੇ ਜੇਕਰ ਉਹ ਵੱਖਰਾ ਘਰ ਦਿੱਤਾ ਗਿਆ ਤੇ ਉਸ ਘਰ ਦੇ ਵਿੱਚ ਵੀ ਹੁਣ ਰਹਿਣ ਨਹੀਂ ਦਿੱਤਾ ਜਾ ਰਿਹਾ। ਨਹੀਂ ਸਰ, ਰਹਿਣ ਕਿਉਂ ਨਹੀਂ ਦਿੱਤਾ ਜਾ ਰਿਹਾ? ਉਹੀ ਰਹਿ ਕੇ ਜਾ ਰਿਹਾ, ਉਹਦਾ ਕਿਰਾਇਆ ਉਹ ਲੈ ਕੇ ਗਏ ਆ ਜੀ ਬਕਾਇਦਾ। ਬਟ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਰਹਿੰਦੇ ਸਾਡੇ ਨਾਲ ਹੀ ਸੀ ਉਹ, ਵੀ 1-2 ਮਹੀਨਾ ਜਦ ਬੱਚਾ ਹੋਣੇ ਦੇ ਬਾਅਦ ਲੜਕੀ ਆਪਣੇ ਪਿੰਡ ਜਾਂਦੀ ਆ ਜੀ। ਪਰ ਸਵਾਲ ਇੱਥੇ ਇਹ ਹੈ, ਕਹਿੰਦੇ ਵੀ ਉਹਨਾਂ ਦੇ ਘਰ ਦੇ ਵਿੱਚ ਵੀ ਕੋਈ ਸੰਭਾਲਣ ਲਈ ਨਹੀਂ ਹੈਗਾ, ਉਹਨਾਂ ਦੀ ਮਾਤਾ ਹੈ ਨਹੀਂ, ਪਿਤਾ ਬਜ਼ੁਰਗ ਨੇ। ਉਹ ਕਹਿੰਦੇ ਵੀ ਅਸੀਂ ਕਿੱਥੇ ਆ ਕੇ ਸਾਂਭਦੇ, ਇਹ ਸਹੁਰਾ ਪਰਿਵਾਰ ਦਾ ਫਰਜ਼ ਨਹੀਂ ਬਣਦਾ। ਤੁਸੀਂ ਇੱਥੇ ਦੇਖੋ ਨਾ, ਆ ਕੇ ਮੈਂ ਤਾਂ ਹੁਣ ਬਾਹਰ ਡਿਊਟੀ ਕਰਦਾ ਹਾਂ ਜੀ ਆਰਮੀ ਚ ਜੀ, ਤੇ ਮੇਰੇ ਵੀ ਮਦਰ ਫਾਦਰ ਬਿਲਕੁਲ ਖੜੇ ਨਹੀਂ ਹੋ ਸਕਦੇ ਹੈਗੇ 4 ਵਜੇ ਤੋਂ ਉੱਠ ਕੇ ਜੀ। ਹਾਂਜੀ, ਇਹ ਵੀ ਸਾਂਭ ਨਹੀਂ ਸਕਦੇ। ਅਸੀਂ ਇਸ ਬਦੌਲਤ ਗਿਆ ਸੀ, ਬਾਕੀ ਬੱਚਾ ਹੋਣੇ ਤੱਕ ਦੀ ਜ਼ਿੰਮੇਵਾਰੀ ਅਸੀਂ ਉਹਨਾਂ ਦੇ ਨਾਲ ਖੜੇ ਸੀ ਬਤੌਰ ਜੀ, ਜਦੋਂ ਤੱਕ ਮਤਲਬ ਬੱਚਾ ਘਰਾਂ ਨਹੀਂ ਆਇਆ ਸੇਫ ਜੀ। ਉਹਦੇ ਬਾਅਦ ਫਿਰ ਇਹਨਾਂ ਦੇ ਫਾਦਰ ਨੇ ਕਿਹਾ ਵੀ ਸਾਨੂੰ ਸਾਡੀ ਬੱਚੀ ਦਾ ਮਤਲਬ ਸਮਾਨ ਉਧਰ ਅਸੀਂ ਰੱਖਣਾ, ਸਾਨੂੰ ਉਧਰ ਜੁਦੇ ਕਰ ਦਿਓ। ਹਾਲਾਂਕਿ ਸਾਡਾ ਇਹਦਾ ਕੋਈ ਵਿਚਾਰ ਨਹੀਂ ਸੀ ਜੀ। ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਵੀ ਮੇਰੀ ਲੜਕੀ ਨੂੰ ਉਧਰ ਜਗ੍ਹਾ ਦਿੱਤੀ ਜਾਵੇ, ਅਸੀਂ ਉਧਰ ਸਮਾਨ ਰੱਖਣਾ ਜੀ। ਮੇਰੇ ਮਦਰ ਫਾਦਰ ਨੇ ਏਦਾਂ ਦੀ ਕੋਈ ਗੱਲ ਨਹੀਂ ਕੀਤੀ ਇਹਨਾਂ ਦੇ ਨਾਲ ਜੀ। ਤੇ ਜੇਕਰ ਇਹ ਉਸ ਜਗ੍ਹਾ ਦੇ ਉੱਪਰ ਰਹਿੰਦੇ ਨੇ ਤਾਂ ਇਹ ਕਹਿੰਦੇ ਵੀ ਉਹਨਾਂ ਵੱਲੋਂ ਕੁਝ ਪੈਸੇ ਦੀ ਮੰਗ ਕੀਤੀ ਜਾਂਦੀ ਹੈ, ਜਿਹੜਾ ਕਰਜ਼ਾ ਹੈ ਉਹ ਕਰਜ਼ੇ ਦੀ ਮੰਗ ਕੀਤੀ ਗਈ ਤੁਹਾਡੇ ਵੱਲੋਂ? ਸਰ ਅਸੀਂ ਕਰਜ਼ਾ ਕਾਹਦੇ ਲਈ ਮੰਗ ਕਰਨੀ ਹੈ? ਮੇਰੇ ਮਦਰ ਫਾਦਰ ਬਿਲਕੁਲ ਬਜ਼ੁਰਗ ਆ, ਉਹਨਾਂ ਨੇ ਸਿਰਫ ਲੋਨ ਲੈ ਕੇ ਫੌਜ ਦੀ ਰਿਟਾਇਰਮੈਂਟ ਤੋਂ ਉਹਨਾਂ ਨੇ ਲੋਨ ਲੈ ਕੇ ਪਾਇਆ ਹੋਇਆ। ਸਿਰਫ 1 ਸਾਲ ਦਾ ਲੋਨ ਬਾਕੀ ਆ, 8000 ਰੁਪਏ ਕਿਸ਼ਤ ਉਹਦੀ ਜਾ ਰਹੀ ਆ। ਉਹ ਕਿਸ਼ਤ ਤੁਹਾਡੇ ਵੱਲੋਂ ਕਿਹਾ ਗਿਆ ਕਿ ਜਿਹੜੀ 8000 ਕਿਸ਼ਤ ਜਾਂਦੀ ਆ ਉਹ ਇਹਨਾਂ ਨੂੰ ਕਿਹਾ ਗਿਆ ਤੁਹਾਡੇ ਵੱਲੋਂ ਵੀ ਇਹ ਉਤਾਰਨ? ਨਹੀਂ, ਇਹਨਾਂ ਨੂੰ ਕਾਹਤੇ ਉਤਾਰਨਾ? ਇਹ ਆਪਣਾ ਹਜੇ ਉੱਤੇ ਰਹਿਣ, ਜਦੋਂ ਉਹ ਸੇਫ ਹੋ ਗਿਆ ਉਹਦੇ ਬਾਅਦ ਇਹ ਜਗ੍ਹਾ ਉਹਨਾਂ ਦੀ ਆ। ਉਹ ਚਾਹੇ ਇਹਨਾਂ ਨੂੰ ਕਿਰਾਏ ਦੇ ਤੌਰ ਤੇ ਵਰਤਣ, ਚਾਹੇ ਰੱਖਣ, ਚਾਹੇ ਵੇਚਣ, ਇਹਨਾਂ ਦੀ ਆ ਸਾਰੀ ਜ਼ਿੰਦਗੀ ਲਈ ਜੀ। ਹਾਂਜੀ, ਇਹਨਾਂ ਦੇ ਮਾਸੀ ਵੀ ਇੱਥੇ ਸਾਡੇ ਕੋਲ ਬੈਠੇ ਨੇ ਅਤੇ ਵੀ ਸਾਡੇ ਨਾਲ ਬੈਠੇ ਨੇ। ਇਹਨਾਂ ਵੱਲੋਂ ਹੀ ਇਹ ਇਲਜ਼ਾਮ ਲਗਾਏ ਗਏ ਨੇ। ਮੈਂ ਚਾਹੁੰਦਾ ਵੀ ਇੱਕ ਵਾਰੀ ਆਪਾਂ ਇਹਨਾਂ ਤੋਂ ਵੀ ਜਾਣ ਲੈਂਦੇ ਹਾਂ, ਕਿਉਂਕਿ ਇਹਨਾਂ ਨੇ ਹੀ ਕਿਹਾ ਸੀ ਕਿ ਜਿਹੜੇ 3 ਲੱਖ ਰੁਪਏ ਦੀ ਕਿਸ਼ਤ ਦੀ ਮੰਗ ਕੀਤੀ ਗਈ ਹੈ। ਹੁਣ ਤੁਹਾਡਾ ਕੀ ਕਹਿਣਾ? ਕਿਉਂਕਿ ਉਹਨਾਂ ਦਾ ਕਹਿਣਾ ਕਿ ਇਹ ਕਿਸ਼ਤ ਜਿਹੜੀ 3 ਲੱਖ ਰੁਪਇਆ ਲਾਉਣਾ ਉਹ ਅਸੀਂ ਆਪ ਹੀ ਉਤਾਰਾਂਗੇ। ਸਰ ਕੋਈ ਗੱਲ ਨਹੀਂ ਹੋਈ, 3 ਲੱਖ ਦੀ ਕੋਈ ਗੱਲ ਨਹੀਂ ਹੋਈ ਜੀ, ਏਦਾਂ ਦੀ ਕੋਈ ਗੱਲ ਬਿਲਕੁਲ ਨਹੀਂ ਹੋਈ ਜੀ। ਇਹ ਹੁਣ 2 ਮਹੀਨੇ ਤੋਂ ਇੱਥੇ ਘਰ ਦੇ ਵਿੱਚ ਆਪਣੇ ਪੇਕੇ ਰਹਿ ਰਹੇ ਨੇ, ਤੁਹਾਡੇ ਵੱਲੋਂ ਕੋਈ ਕੀਤਾ ਗਿਆ ਇਹਨਾਂ ਨੂੰ ਉੱਥੇ ਰਹਿਣ ਲਈ? ਤੁਹਾਡੇ ਵੱਲੋਂ ਕਿਹਾ ਗਿਆ? ਨਹੀਂ ਸਰ, ਜਿਵੇਂ ਬੱਚਾ ਹੋ ਜਾਂਦਾ ਹੈ, ਕੋਈ ਵੀ ਲੜਕੀ ਆ ਮਤਲਬ ਜੀ, ਜਿਵੇਂ ਬੱਚਾ ਹੁੰਦਾ 1-2 ਮਹੀਨਾ ਆਪਣੇ ਪਿੰਡ ਰਹਿੰਦੀ ਹੈ ਨਾ ਜੀ। ਨਹੀਂ, ਜ਼ਰੂਰੀ ਨਹੀਂ ਹੈਗਾ ਕਿ ਬੱਚੀ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਵੇ ਹੀ ਰਵੇ। ਇਹ ਕਿਤੇ ਵੀ ਲਿਖਿਆ ਨਹੀਂ ਹੈਗਾ ਕਿ ਬੱਚੀ ਆਪਣੇ ਪੇਕੇ ਪਰਿਵਾਰ ਰਵੇ, ਕਿਉਂਕਿ ਇਹਨਾਂ ਦੀ ਛੋਟੀ ਜਿਹੜੀ ਇੱਕ ਭੈਣ ਹੈ ਉਹ ਜਦੋਂ ਉਹ ਸੇਵਾ ਲਈ ਹੀ ਕਹਿੰਦੇ ਉੱਥੇ ਸਹੁਰਾ ਪਰਿਵਾਰ ਚਲ ਗਈ ਸੀ, ਉੱਥੇ ਵੀ ਇਹਨਾਂ ਦੀ ਸੱਸ ਵੱਲੋਂ ਕਹਿੰਦੇ ਵੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ, ਜਿਸ ਕਾਰਨ ਉਹਨਾਂ ਨੂੰ ਵਾਪਸ ਇੱਥੇ ਆਉਣਾ ਪਿਆ। ਕਿੱਥੇ ਹੈ? ਕਹਿੰਦੇ ਕਿ ਜਦੋਂ ਲੜਕੀ ਛੋਟੀ ਦਾ ਜਨਮ ਹੋਇਆ ਉਹਦੀ ਸੇਵਾ ਲਈ ਹੀ ਇਹਨਾਂ ਦੀ ਛੋਟੀ ਭੈਣ ਤੁਹਾਡੇ ਕੋਲ ਉੱਥੇ ਗਈ, ਤੁਹਾਡੇ ਘਰੇ, ਤਾਂ ਕਿ ਇਹਦੀ ਮਦਦ ਕੀਤੀ ਜਾਵੇ। ਪਰ ਉਸ ਛੋਟੀ ਸਿਸਟਰ ਆ ਨਾ, ਉਹਨੇ ਤਾਂ ਸਾਡੇ ਇੰਨਾ ਡਰਾਮਾ ਕਰਿਆ, ਮੈਂ ਤੁਹਾਨੂੰ ਦੱਸਦਾ। ਸਾਡੇ ਉੱਪਰ ਪੁਲਿਸ ਬੁਲਾਈ, ਪੰਚਾਇਤ ਕਰਾਈ, ਸਾਡੀਆਂ ਇੱਥੇ ਲੜਾਈਆਂ ਕਰਵਾਈਆਂ ਲੋਕਾਂ ਦੇ ਨਾਲ ਸੀ। ਮੈਂ ਸੋਚੋ, ਮੈਂ ਸਿਰਫ ਛੁੱਟੀ ਦੇ ਵਿੱਚ ਉੱਥੇ ਤੇ ਕਿਵੇਂ ਆ ਕੇ ਕਿਵੇਂ ਰਿਜੈਕਟ ਕੀਤਾ। ਸਾਡਾ ਤਾਂ ਇਹਨਾਂ ਨੇ ਇੰਨੀ ਪਿੰਡ ਦੇ ਵਿੱਚ ਏਡੀ ਮਿੱਟੀ ਕੁੱਟੀ ਵੀ ਹੈ ਵੀ ਪੁੱਛੋ ਨਾ। ਜਦ ਤੱਕ ਮੇਰਾ ਬ੍ਰਦਰ ਹੈਗਾ ਸੀ ਉਸ ਟਾਈਮ, ਜਿੰਦਾ ਦੇ ਟਾਈਮ, ਇਹ ਲੜਕੀ ਜਿਹੜੀ ਨੀਲਮ ਕੁਮਾਰੀ ਹੈ ਕਹਿੰਦੀ ਸੀ ਵੀ ਮੈਨੂੰ ਤਲਾਕ ਦਵਾ ਦਿਓ, ਤੇ ਹੁਣ ਮਰਨੇ ਦੇ ਬਾਅਦ ਕਿਉਂ ਸਾਡੇ ਫਿਰ ਘਰਾਂ ਆਈ? ਇਹ ਦੱਸੋ, ਪੁੱਛੋ ਇਹਨੂੰ। ਅੱਛਾ, HIV ਪੀੜਤ ਸੀ, ਅਸੀਂ ਰੱਖਿਆ, ਮੇਰੀ ਗੱਲ ਸੁਣੋ ਹੁਣ ਪੂਰੀ ਜੀ। ਉਹਦੇ ਬਾਅਦ ਵੀ ਅਸੀਂ ਰੱਖਿਆ ਇਹਨੂੰ ਹੈ ਜੀ। ਉਹਦੇ ਬਾਅਦ ਲਾਸਟ ਇਹਨਾਂ ਦਾ ਫੈਸਲਾ ਹੋਇਆ ਸੀ ਵੀ 7ਵੇਂ ਮਹੀਨੇ ਦੇ ਵਿੱਚ ਅਸੀਂ ਇਹਨੂੰ ਲੈ ਕੇ ਜਾਵਾਂਗੇ। ਫਿਰ ਉਹ 7ਵੇਂ ਮਹੀਨੇ ਲੈ ਕੇ ਨਹੀਂ ਗਏ ਬੱਚੇ ਦੇ ਟਾਈਮ। ਉਹਦੇ ਬਾਅਦ ਵੀ ਅਸੀਂ ਜ਼ਿੰਮੇਵਾਰੀ ਆਪਣੀ ਸਮਝੀ ਵੀ ਕੋਈ ਗੱਲ ਨਹੀਂ, ਜਦ ਤੱਕ ਬੱਚਾ ਸੇਫ ਘਰਾਂ ਨਹੀਂ ਆ ਗਿਆ ਜਦ ਤੱਕ ਅਸੀਂ ਆਪਣੇ ਕੋਲ ਰੱਖਿਆ ਇਹਨੂੰ। ਠੀਕ ਹੈ, PGI ਬੱਚਾ ਕਰਵਾ ਕੇ ਹਾਲਾਂ ਤੱਕ ਇਹਨਾਂ ਦਾ ਕੋਈ ਰਿਸ਼ਤੇਦਾਰ ਖੜਿਆ ਨਹੀਂ। ਪੁੱਛ ਲਓ, ਤੁਹਾਡੇ ਸਾਹਮਣੇ ਬੈਠੇ ਹੋਣੇ ਆ ਵੀ ਉਦੋਂ ਤੱਕ ਕਿਸੇ ਨੇ ਖਬਰਦਾਰ ਲੱਤੀ ਸੀ ਜਦ ਤੱਕ ਬੱਚਾ ਨਹੀਂ ਹੋਇਆ। ਤੇ ਜੇ ਅਸੀਂ ਐਡੇ ਮਾੜੇ ਹੁੰਦੇ ਤਾਂ ਇਹਦਾ ਬੱਚਾ ਨਾ ਹੀ ਕਰਵਾਉਂਦੇ ਉਰੇ ਆਪਣੇ ਕੋਲ ਸੇਫਟੀ ਦੇ ਨਾਲ। ਅੱਛਾ, ਇੱਕ ਇਲਜ਼ਾਮ ਇਹਨਾਂ ਵੱਲੋਂ ਹੋਰ ਵੀ ਲਗਾਇਆ ਗਿਆ, ਕਹਿੰਦੇ ਵੀ ਜਿਹੜੀ ਛੋਟੀ ਬੱਚੀ ਹੋਈ ਹੈ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸਹੁਰਾ ਪਰਿਵਾਰ ਵੱਲੋਂ। ਕਿਉਂ ਸਰ, ਸਾਡੇ ਕੋਲ ਕਿਸ ਚੀਜ਼ ਦੀ ਕਮੀ ਆ, ਅਸੀਂ ਕਾਹਦੇ ਵੇਚੂਗੇ ਜੀ? ਇਹ ਨੀਲਮ ਦੇ ਦਿਮਾਗ ਦੇ ਵਿੱਚ ਸਰ ਗਲਤ ਫਹਿਮੀਆਂ ਕਿਸੇ ਲੋਕਾਂ ਨੇ ਪਾਈਆਂ ਵੀਆਂ ਬਤੌਰ। ਬਾਕੀ ਸਾਡਾ ਇਹ ਜਿਹਾ ਕੋਈ ਕਿਸੇ ਤਰੀਕੇ ਦਾ ਸਾਡਾ ਆਪਣਾ, ਮੇਰਾ 12ਵੀਂ ਦੀ ਤਰਫ ਤੇ ਮੇਰਾ ਚੱਲ ਰਿਹਾ, ਮੈਂ ਜੌਬ ਕਰ ਰਿਹਾ ਆਪਣਾ ਸਾਈਡ ਤੇ ਆ। ਮਦਰ ਫਾਦਰ ਨੂੰ ਦੇਖਣਾ ਹੁਣ ਮੇਰਾ ਫਰਜ਼ ਆ। ਬਸ ਇਹ ਜਨਾਨੀ ਦੀ ਇੱਕ ਇਹ ਕੰਮ ਉਹ ਦੇਖੀ ਗਈ ਜਿਹੜੀਆਂ 2 ਰੋਟੀਆਂ ਪਕਾ ਕੇ ਮੇਰੇ ਮਦਰ ਫਾਦਰ ਨੂੰ ਨਹੀਂ ਖਿਲਾ ਸਕੀ।
ਔਰ ਉੱਪਰ ਤੇ ਲਾਸਟ ਇਲਜ਼ਾਮ ਇਹ ਲਾਏ ਪੁਲਿਸ ਲੈ ਕੇ ਆ ਕੇ ਵੀ ਮੈਨੂੰ ਜਾਨ ਦਾ ਖਤਰਾ ਹੋ ਰਿਹਾ। ਕਿਉਂ ਰਹਿੰਦੀ ਰਹੀ ਫਿਰ, ਕਾਤੇ ਰਹਿੰਦੀ ਰਹੀ ਫਿਰ ਉਰੇ? ਮੈਂ ਚਾਹੁੰਦਾ ਤੁਹਾਡੇ ਸਵਾਲ ਦਾ ਇੱਕ ਵਾਰੀ ਜਵਾਬ ਇਹਨਾਂ ਤੋਂ ਲੈ ਹੀ ਲੈਂਦੇ ਆ। ਇਹ ਸਾਡੇ ਨਾਲ ਹੀ ਬੈਠੇ ਨੇ, 1 ਮਿੰਟ ਤੁਸੀਂ ਲਾਈਨ ਤੇ ਹੀ ਰਹੋ, ਅਸੀਂ ਇਸ ਸਵਾਲ ਦਾ ਜਵਾਬ ਲੈ ਲੈਂਦੇ ਆ। ਤੁਹਾਨੂੰ ਕਿਹਨੇ ਕਿਹਾ ਸੀ ਕਿ ਜਿਹੜੀ ਛੋਟੀ ਬੱਚੀ ਆ ਉਹ ਵੇਚਣੀ ਹੈ? ਉਹ ਮੈਨੂੰ ਜੀ ਜਠਾਣੀ ਨੇ ਕਿਹਾ ਕਿ ਜੀ ਅਸੀਂ ਗੋਦ ਦੇ ਦਿੰਨੀ ਆ ਤਾਂ ਜੀ ਤਾਂ ਫਿਰ ਮੈਂ ਹੋ ਗਈ ਸੀ, ਮੈਂ ਕਿਹਾ ਚੱਲ ਦੇ ਦਿੰਨੀ ਆ ਗੋਦ। ਫਿਰ ਕਦੋਂ ਛੁੱਟੀ ਹੋਣ ਲੱਗੀ ਸੀ ਮੈਂ ਆਪਣਾ ਦਿਲ ਕਿਹੜਾ ਰੱਖਿਆ ਜੀ, ਤਾਂ ਫਿਰ ਉਹ ਕਹਿੰਦੇ ਤੁਸੀਂ ਬਾਰੇ ਲੈ ਜਿਓ। ਮੈਨੂੰ ਆਹ ਗੱਲ ਹੋਈ ਹੈ ਜੀ, ਨਨਾਣ ਦਾ ਫੋਨ ਆਇਆ ਜੀ, ਸਾਰਿਆਂ ਦਾ ਫੋਨ ਆਈ ਗਿਆ। ਫਿਰ ਕਹਿੰਦੇ ਤੁਸੀਂ ਬਾਰੇ ਲੈ ਜਾਓ ਕੁੜੀ। ਫਿਰ ਕਹਿੰਦੇ ਘਰੇ ਬਾੜਨੀ ਹੈਗੀ, ਤੂੰ ਬਾਰੇ ਚੱਲ ਜੀ ਬਸ ਇੱਦਾਂ ਹੀ। ਫਿਰ ਬਾਅਦ 'ਚ ਫਿਰ ਮੈਂ ਘਰੇ ਆ ਗਈ ਆ, ਫਿਰ ਕਲੈਸ਼ ਹੋਣ ਲੱਗ ਗਿਆ ਜੀ, ਰੋਮ ਪਿੱਟਣ ਲੱਗ ਗਿਆ ਇੱਦਾਂ ਬਸ। ਫਿਰ ਮੈਂ ਆਪਣੀ ਰਾਤ ਤਾਂ ਕੱਟਣੀ ਹੈ ਜੀ ਉੱਥੇ, ਰਾਤ ਨੂੰ ਤਾਂ ਸਵੇਰੇ ਇਹਨਾਂ ਨੇ ਕਲੇਸ਼ ਕਰ ਲਿਆ ਇੱਦਾਂ ਹੀ ਬਸ। ਤੁਹਾਡੇ ਸਾਹਮਣੇ ਹੀ ਤੁਸੀਂ ਵੀ ਸੁਣਿਆ ਹੋਵੇਗਾ ਸ਼ਾਇਦ, ਇਹ ਤੁਹਾਡੀ ਪਤਨੀ ਵੱਲੋਂ ਹੀ ਕਹਿ ਰਹੇ ਨੇ ਸ਼ਾਇਦ ਕਿ ਜਠਾਣੀ ਵੱਲੋਂ ਇਹ ਗੋਦ ਦੇਣ ਦੀ ਗੱਲ ਕੀਤੀ ਗਈ। ਚੀਜ਼ ਦੀ ਮੇਰੀ ਗੱਲ ਸੁਣੋ ਪਹਿਲਾਂ, ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ, ਠੀਕ ਹੈ। ਅਸੀਂ ਉਲਟਾ ਇਹਨੂੰ ਹੁਣ ਤੱਕ ਪਾਲਦੇ ਰਹੇ ਇਹਦੇ ਬੱਚਿਆਂ ਨੂੰ, ਬਟ ਮੇਰੇ ਮਦਰ ਫਾਦਰ ਦੇ ਹੁਣ ਹੱਥ ਖੜੇ ਆ, ਕਿਉਂ ਜਿਹੜੇ ਸਾਡੇ ਵਿਰੁੱਧ ਇਦਾਂ ਚੱਲ ਰਹੇ ਆ ਅਸੀਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ। ਬਟ ਵੀ ਉਹ ਬੱਚੀ ਦਾ ਸਾਨੂੰ ਕੋਈ ਲੈਣਾ ਦੇਣਾ ਸੀ, ਅਸੀਂ ਕਿਤੇ ਪਾਸੇ ਕੋਈ ਗੱਲਬਾਤ ਨਹੀਂ ਕਰੀ। ਉਹ ਇਹਨਾਂ ਦੇ ਅਲੱਗ ਇਲਜ਼ਾਮ ਆ ਸਾਡੇ ਉੱਪਰ ਜਿਹੜੇ ਬਤੌਰ, ਨਹੀਂ ਅਸੀਂ ਇਹਨਾਂ ਨੂੰ ਜਗ੍ਹਾ ਰਹਿਣੇ ਨੂੰ ਦਿੱਤੀ ਵੀ ਆ ਵੀ ਤੁਸੀਂ ਯੂਜ਼ ਕਰੋ ਜੀ। ਇਹ ਇਹਨਾਂ ਦਾ ਕੀ ਇਲਜ਼ਾਮ ਆ ਵੀ ਸਾਨੂੰ ਰਹਿਣ ਨਹੀਂ ਦੇ ਰਹੇ। ਭਾਈ ਹੁਣ ਜਦ ਲੋਨ ਮੇਰੇ ਮਦਰ ਫਾਦਰ ਦਾ ਕਰਿਆ ਵਾ, ਉਤਰਨੇ ਦੇ ਬਾਅਦ ਉਹ ਜਗ੍ਹਾ ਇਹਨਾਂ ਦੀ ਉਹ ਹੋਊਗੀ ਜੀ, ਰਹਿਣਗੇ ਉਹਦੇ ਕੀ ਆ। ਪਰ ਹੁਣ ਵੀ ਤੰਗੀ ਤਾਂ ਕੱਟਣੀ ਪੈਣੀ ਆ ਜੀ। ਉਹ ਜਿਹੜਾ ਲੋਨ ਉਹਦੇ ਤੇ ਚੱਲਦਾ 1 ਸਾਲ ਦੀ ਕਿਸ਼ਤ ਰਹਿੰਦੀ ਆ, ਉਹ ਤੁਸੀਂ ਉਤਾਰੋਗੇ ਉਹਦੀ? ਹੁਣ ਮਦਰ ਫਾਦਰ ਕੋਈ ਉੱਥੇ ਰੱਖ ਕੇ ਕਿਸੇ ਨੂੰ ਕਰਾਏ ਤੇ ਉਹ ਉਤਾਰਨਗੇ ਕਿਸ਼ਤ, ਉਹਨਾਂ ਦਾ ਵੀ ਕੋਈ ਇਨਕਮ ਨਹੀਂ ਹੈਗਾ। ਬਜ਼ੁਰਗਾਂ ਕੁੜੀ ਨਾਲ ਚੱਲਦੇ ਦੋਨੇ। ਪਰ ਸਵਾਲ ਮੇਰਾ ਇੱਕ ਇਹ ਵੀ ਹੈ ਕਿ ਇਹਨਾਂ ਦੇ ਪਤੀ ਦੀ ਮੌਤ ਹੋ ਗਈ, ਇਹਨਾਂ ਲਈ ਆਮਦਨ ਦਾ ਸਾਧਨ ਕੀ ਬਚਿਆ? ਜੇਕਰ ਉਹ 2500 ਰੁਪਇਆ ਉੱਥੇ ਕਿਰਾਇਆ ਹੁੰਦਾ ਉਸ ਆਮਦਨ ਦਾ ਸਾਧਨ ਇਹ ਪੁੱਛੋ ਇਹਨਾਂ ਦੇ ਡੈਡੀ ਜੀ ਨੂੰ, ਜਿਨ੍ਹਾਂ ਨੇ ਕਿਹਾ ਸੀ ਸਰਪੰਚ ਸਾਹਿਬ ਦੇ ਸਾਹਮਣੇ ਸਾਡੇ ਪਿੰਡ ਦੇ ਵੀ ਮੈਂ ਕਿਹਾ ਵੀ ਉਧਰ ਸਮਾਨ ਰੱਖਣਾ ਜਾ ਕੇ। ਮੇਰੇ ਫਾਦਰ ਨੂੰ ਪੁੱਛਿਆ ਸੀ ਵੀ ਇਨਕਮ ਇਹਨਾਂ ਨੂੰ ਕੌਣ ਪੈਸੇ ਦੇਊਗਾ, ਤੇ ਇਹਨਾਂ ਦੇ ਫਾਦਰ ਜੀ ਨੇ ਕਿਹਾ ਸੀ, ਮੇਰੇ ਡੈਡੀ ਜੀ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਸਮਾਨ ਉਧਰ ਰਖਾਇਆ ਉਹੀ ਉਹਨਾਂ ਨੂੰ ਖਰਚਾ ਦੇਊਗਾ। ਹਾਲਾਂਕਿ ਜਦ ਤੱਕ ਸਾਡੇ ਨਾਲ ਸੀ ਅਸੀਂ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਤੁਹਾਡੇ ਸਾਹਮਣੇ ਬੈਠੇ, ਪੁੱਛ ਕੇ ਦੱਸੋ ਕਿਸੇ ਚੀਜ਼ ਦੀ ਐਸਾ ਕਮੀ ਆਈ ਹੈ ਤੁਹਾਨੂੰ? ਤੁਸੀਂ ਕਹਿਣਾ ਚਾਹੁੰਦੇ ਹੋ ਕੁਝ? ਹਾਂਜੀ, ਮੇਰਾ ਖਰਚਾ ਪਾਣੀ ਤਾਂ ਮੈਨੂੰ ਦਿੱਤਾ ਨਹੀਂ ਹਾਲੇ ਤੱਕ, 9 ਮਹੀਨੇ ਹੋ ਗਏ ਜੀ। ਮੈਨੂੰ ਪਤਾ ਮੇਰੇ ਡੈਡੀ ਦਾ ਖਰਚਾ ਪਾਣੀ ਦੇ 9 ਮਹੀਨੇ ਹੋ ਗਏ। ਮੇਰੀ ਗੱਲ ਕਰਾਓ, ਸੁਣ ਰਹੇ, ਤੁਹਾਡੀ ਆਵਾਜ਼ ਸੁਣਦੇ ਪਏ ਨੇ। ਹਾਂਜੀ ਜੀ, ਹੁਣ ਤੱਕ ਤੂੰ ਕਿੱਥੇ ਤੋਂ ਮਤਲਬ ਲੈ ਕੇ ਆਉਂਦੀ ਰਹੀ ਖਰਚਾ, ਇਹ ਦੱਸੋ। ਮੇਰੇ ਡੈਡੀ ਬ੍ਰਦਰ ਦੀ ਡੈਥ ਹੋ ਗਈ ਸੀ ਨਵੰਬਰ ਮਹੀਨੇ 'ਚ। ਮੇਰੇ ਡੈਡੀ ਦਿੰਦੇ ਰਹੇ ਖਰਚਾ ਪਾਣੀ ਨਾਲੇ ਪੀਜੇ ਸਾਰਾ ਨਾਲੇ। ਹਾਂਜੀ, ਤੁਸੀਂ ਤਾਂ ਕੋਈ ਵੀ ਲਾਇਆ ਹੈਗਾ ਪੱਲਾ? ਹੈਲੋ, ਨਹੀਂ ਉਹ ਪੁੱਛੋ ਇਹਨਾਂ ਨੂੰ। ਮੇਰੇ ਬ੍ਰਦਰ ਦੀ ਡੈਥ ਹੋਣੇ ਦੇ ਬਾਅਦ ਹੁਣ ਤੱਕ ਨਵੰਬਰ ਮਹੀਨੇ ਦੇ ਹੁਣ ਤੱਕ ਕਿਹਨਾਂ ਨੇ ਬੱਚਾ ਹੋਣੇ ਦਾ ਕਿਹਨਾਂ ਨੇ ਖਰਚਾ ਕੀਤਾ? ਮੇਰੇ ਡੈਡੀ ਨੇ ਕੀਤਾ ਜੀ ਸਾਰਾ ਖਰਚਾ। ਉਹ ਕਹਿ ਰਹੇ ਨੇ ਕਿ ਸਾਡੇ ਫਾਦਰ ਵੱਲੋਂ ਕੀਤਾ ਗਿਆ ਸਾਰਾ ਖਰਚਾ। ਕਿਹਦੇ? ਉਹ ਕਹਿੰਦੇ ਨੇ ਵੀ ਮੇਰੇ ਫਾਦਰ ਵੱਲੋਂ ਕੀਤਾ ਗਿਆ ਸਾਰਾ ਖਰਚਾ। ਸਰ ਇਹ ਝੂਠ ਇਲਜ਼ਾਮ ਲਾ ਰਹੇ, ਬਿਲਕੁਲ ਸ਼ਰੇਆਮ। ਇਹਦੇ ਫਾਦਰ ਤੇ ਇੱਕ ਵਾਰੀ ਕੀ ਨਹੀਂ ਝੂਠ ਨਹੀਂ, ਮੈਂ ਨਾਲੇ ਤਲਾਕ ਦੀ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਇਹਨਾਂ ਨੇ। ਝੂਠ ਬੋਲੀ ਜਾਵੇ, ਸਾਡੇ ਮਨ ਤੋਂ ਉਤਰ ਗਏ ਆ ਇਹ ਬਿਲਕੁਲ। ਇਸ ਲਈ ਇਹਨਾਂ ਨੂੰ ਅਸੀਂ ਉਹ ਜਗ੍ਹਾ ਦਿੱਤੀ ਹੈ ਜਿਹੜੀ ਇਹਨਾਂ ਦੇ ਫਾਦਰ ਨੇ ਕਿਹਾ ਸੀ ਵੀ ਮੈਨੂੰ ਮੇਰੀ ਲੜਕੀ ਨਹੀਂ ਸੇਫ ਜਗ੍ਹਾ ਦਿਓ, ਅਸੀਂ ਨਹੀਂ ਇੱਥੇ ਰਹਿਣਾ, ਇਹਨੂੰ ਰੱਖਣਾ ਨਹੀਂ ਹੈਗਾ। ਅਸੀਂ ਹਾਲਾਂਕਿ ਸਾਡੀ ਤਰਫ ਤੇ ਇਹਦਾ ਕੋਈ ਵੀ ਉਹ ਨਹੀਂ ਸੀ, ਠੀਕ ਹੈ। ਕੋਲ ਲੈ ਕੇ ਅੱਜ ਬਤੌਰ ਸਾਹਮਣੇ ਗੱਲ ਕਰਿਓ, ਇਹਨਾਂ ਦੇ ਫਾਦਰ ਸਾਹਿਬ ਨੂੰ ਨਾਲ ਲੈ ਆਇਓ ਜੀ, ਜਿਹੜੇ ਉੱਥੇ ਹੋਣੇ ਨੇ ਹੁਣ ਜੀ। ਮੈਂ ਚਾਹੁੰਦਾ ਇੱਕ ਗੱਲ ਹੋਰ ਹੈ, ਚਲੋ ਜੀ, ਜੋ ਵੀ ਵਾਦ ਵਿਵਾਦ ਹੋਇਆ ਤੁਹਾਡੇ ਘਰ ਦੇ ਵਿੱਚ, ਜਦੋਂ ਤੁਹਾਡੇ ਬ੍ਰਦਰ ਜਿੰਦਾ ਸੀ ਉਸ ਸਮੇਂ ਤੱਕ ਕਹਿੰਦੇ ਨੇ ਕਿ ਬਿਲਕੁਲ ਹਾਲਾਤ ਠੀਕ ਸੀ, ਉੱਥੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਸੀ। ਕਹਿੰਦੇ ਜਦੋਂ HIV ਦਾ ਪਤਾ ਲੱਗਾ ਜੀ, ਮੈਂ ਇੱਕ ਸਵਾਲ ਮੇਰਾ ਸੁਣ ਲਓ ਜੀ ਜੀ। ਥੋੜਾ ਪੁੱਛਾਂ ਇੱਕ ਵਾਰੀ, ਜਦੋਂ ਜਿੰਦਾ ਸੀ ਤਲਾਕ ਕਿਉਂ ਮੰਗਦੇ ਸੀ ਜੀ? ਤਲਾਕ ਦੀ ਗੱਲ ਹੀ ਹੋਈ ਹੈਗੀ ਏਦਾਂ, ਕੋਈ ਆਪਣੇ ਕੋਲੇ ਬਸ ਲਾਈ ਜਾਂਦੇ ਜੀ ਆਹ ਬਸ। ਫਿਰ ਇਹ ਤਾਂ ਹਰੇਕ ਬੰਦਾ ਕਹਿ ਸਕਦਾ ਨਾ ਵੀ ਮੈਂ ਵੀ ਕਹਿ ਸਕਦਾ ਇਹ ਆਪਣੇ ਕੋਲ ਤੇ ਲਾ ਰਹੇ ਵੀ ਮੈਨੂੰ ਖਰਚਾ ਜੀ। ਚਲੋ ਇਹ ਇੱਕ ਜਾਂਚ ਦਾ ਵਿਸ਼ਾ, ਮੈਂ ਬਹੁਤਾ ਇਸ ਮੁੱਦੇ ਦੇ ਉੱਤੇ ਲੰਬੀ ਚੌੜੀ ਬਹਿਸ ਨਹੀਂ ਕਰਨਾ ਚਾਹੁੰਦਾ। ਪਰ ਸਵਾਲ ਇੱਥੇ ਮੈਂ ਇੱਕ ਕਰਨਾ ਚਾਹੁੰਦਾ ਵੀ ਜਦੋਂ ਤੱਕ ਇਹ ਕਹਿੰਦੇ ਵੀ ਤੁਹਾਡੇ ਬ੍ਰਦਰ ਜਿਉਂਦਾ ਸੀ ਉਸ ਸਮੇਂ ਤੱਕ ਘਰ ਦੇ ਵਿੱਚ ਹਾਲਾਤ ਠੀਕ ਸੀ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ HIV ਤੋਂ ਪੀੜਤ ਹੋ ਗਈ, ਇੱਕ ਛੋਟੀ ਬੱਚੀ ਵੀ HIV ਤੋਂ ਪੀੜਤ ਹੋ ਗਈ, ਇਹ ਵੀ ਪੀੜਤ ਹੋ ਗਏ, ਉਸ ਸਮੇਂ ਤੋਂ ਬਾਅਦ ਘਰ ਦੇ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਸਰ ਉਹ ਤੋਂ ਬਾਅਦ ਇਹਨਾਂ ਨੂੰ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਉਹ ਸੋਚੋ। ਮੇਰੀ ਗੱਲ ਸੁਣੋ, ਕਿੰਨਾ ਟਾਈਮ ਹੋ ਗਿਆ ਪਿੰਡ ਆਇਆ ਨੂੰ? 2 ਮਹੀਨੇ ਹੋ ਗਏ ਜੀ।
2 ਮਹੀਨੇ ਹੋ ਗਏ ਨਾ, ਉਹ ਤੇ ਪਹਿਲਾਂ ਅੱਜ ਤੱਕ ਦਾ ਵੀ ਕਿੱਥੇ ਤੇ ਇਹਨਾਂ ਨੂੰ ਚੱਲਦਾ ਰਿਹਾ ਖਰਚਾ ਪਾਣੀ, ਉਹ ਦੱਸੋ ਜੀ। ਦਵਾਈ ਬੂਟੀ ਜੋ ਵੀ, ਮੇਰੇ ਮਦਰ ਫਾਦਰ ਇੱਥੇ ਤੇ ਲਾਚਾਰ ਹੋਣੇ ਦੇ ਬਾਵਜੂਦ ਵੀ ਇਹਨੂੰ ਗੱਡੀਆਂ ਕਰਕੇ ਪੀਜੀ ਤੇ ਦਵਾਈ ਮੰਗਵਾਉਂਦੇ ਰਹੇ ਕਿ ਨਹੀਂ ਮੰਗਵਾਉਂਦੇ ਰਹੇ, ਪੁੱਛੋ ਇਹਨੂੰ ਜੀ। ਚਲੋ ਉਹ ਗੱਲ ਰਹਿ ਗਈ ਇਹਨਾਂ ਨੂੰ ਜੀ ਜੀ ਕੋਈ ਵੀ ਬੋਲਦਾ ਸਾਰਾ 2 ਮਹੀਨੇ ਹੋ ਗਏ ਨਹੀਂ ਆਇਆ, ਫੋਨ ਵੀ ਨਹੀਂ ਆਇਆ। ਨੀਲਮ ਤੈਨੂੰ ਖਰਚਾ ਪਾਣੀ ਚਾਹੀਦਾ ਜਾਂ ਨਹੀਂ ਚਾਹੀਦਾ, ਇੱਕ ਵਾਰੀ ਤਾਂ ਫੋਨ ਕਰ ਦੇ। ਤੁਹਾਡੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਹੋਰ ਕੁਝ ਨਹੀਂ ਹੈਗਾ। ਤੂੰ ਵੀ ਆਇਆ ਸੀ ਉਸ ਟਾਈਮ, ਡਿਊਟੀ ਆਇਆ ਸੀ, ਤੈਨੂੰ ਪਤਾ ਕੀ ਹਾਲਾਤ ਹੋਏ, ਤੂੰ ਨੇ ਮਾਰਿਆ ਕੁੱਟਿਆ, ਤੂੰ ਵੀ ਵਿੱਚ ਹੈ ਗਿਆ ਵੀ ਤੂੰ ਲੋ ਮੈਨੂੰ ਬੋਲ ਨਹੀਂ ਮੈਂ ਤੁਹਾਨੂੰ ਜਿਹੜਾ ਕਿਹਾ ਸੀ ਨਾ ਉਹ ਅਸੀਂ ਕਰਕੇ ਦੇਤਾ, ਠੀਕ ਹੈ। ਨਹੀਂ ਤਾਂ ਅਸੀਂ 50 ਲੱਖ ਦੀ ਜਗ੍ਹਾ ਇਹਨੂੰ ਵੀ ਨਹੀਂ ਖਰਚਾ ਦਿੱਤਾ ਇਹਨੂੰ ਕੁੜੀ ਨੂੰ। ਕਹਿੰਦੇ ਤਾਂ ਸਰੀ ਵੀ ਮਾਸੀ ਅਸੀਂ ਖਰਚਾ ਦਿੰਨੇ ਆ ਪੀਜੀਆਈ ਤੇ ਟ੍ਰੀਟਮੈਂਟ ਕੁੜੀ ਦਾ, ਮੈਂ ਤਾਂ ਨੀਲਮ ਦਾ ਅਸੀਂ ਇੱਕ ਮਿੰਟ ਚਲੋ ਜੋ ਵੀ ਵਾਦ ਵਿਵਾਦ ਆ ਇਹ ਇੱਕ ਜਾਂਚ ਦਾ ਵਿਸ਼ਾ, ਪਰ ਮੈਂ ਜੀ ਮੈਂ ਸਵਾਲ ਇੱਕ ਹੋਰ ਕਰਨਾ ਚਾਹੁੰਦਾ। ਐਦਾਂ ਨਹੀਂ ਹੁੰਦੀ ਹੈਗੀ ਵੀ ਫੋਨ ਤੇ ਗੱਲ ਕਰ ਲਈ, ਜਾਂਚ ਕਰਨੀ, ਇਹਨਾਂ ਨੂੰ ਬੁਲਾਓ ਹੋਰੇ ਬਿਠਾ ਲਓ ਸਾਡੇ ਕੋਲ, ਫਿਰ ਜਾਂਚ ਹੁੰਦੀ ਮੂੰਹ ਦੇ ਉੱਪਰ ਗੱਲ ਕਰਕੇ, ਨਾਲੇ ਇਹਦੇ ਫਾਦਰ ਨਾਲ ਕੀ ਗੱਲ ਹੋਈ ਆ ਤੇ ਸਾਡੇ ਨਾਲ ਕੀ ਗੱਲ ਕਰਦੇ ਆ। ਹੁਣ ਇਹ ਕਿਉਂ ਟੱਪ ਰਹੇ ਆ? ਜਦ ਇਹਦੇ ਫਾਦਰ ਨੇ ਕਿਹਾ ਵੀ ਇਹਦਾ ਸਮਾਨ ਉੱਤੇ ਰੱਖਦੀ ਤੇ ਅਸੀਂ ਰਖਾਤਾ, ਸਾਰੀ ਜਗ੍ਹਾ ਦੇਤੀ ਆ। ਹੁਣ ਜਦ ਉਹਨੇ ਕਿਹਾ ਸੀ ਵੀ ਮੈਂ ਖਰਚਾ ਪਾਣੀ ਦਊਂਗਾ, ਜਦ ਇਹ ਸ਼ੁਰੂ ਤੇ ਦਿੰਦੇ ਆ ਰਹੇ ਸੀ, ਸੋਚਣ ਵਾਲੀ ਗੱਲ ਆ ਇੱਕ। ਪਰ ਕਹਿੰਦੇ ਵੀ ਅਸੀਂ ਸ਼ੁਰੂ ਤੇ ਅਸੀਂ ਖਰਚਾ ਪਾਣੀ ਕਰਿਆ ਤੇ ਹੁਣ ਕਿਉਂ ਦੁਖਦਾ ਫਿਰ ਇਹਨਾਂ ਨੂੰ? ਜੀ ਪਰਮਜੀਤ ਜੀ, ਸ਼ੁਰੂ ਤੇ ਅਸੀਂ ਕਰਿਆ, ਹੁਣ ਇਹਨਾਂ ਨੂੰ ਦਿੰਦੇ ਹੋਏ ਦੁਖਦਾ ਹੈ ਜੀ। ਮੈਂ ਚਾਹੁੰਦਾ ਚਲੋ ਜੋ ਵੀ ਵਿਵਾਦ ਹੈਗਾ, ਪਰ ਇਸ ਵਿਵਾਦ ਦੇ ਵਿੱਚ ਇਹਨਾਂ ਬੱਚੀਆਂ ਬਾਰੇ ਜੇਕਰ ਇਨਸਾਨੀਅਤ ਦੇ ਤੌਰ ਤੇ ਦੇਖਿਆ ਜਾਵੇ ਤਾਂ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਜਿੰਨਾ ਬਣਦਾ ਹਿੱਸਾ ਸਾਰਾ ਦਿੱਤਾ ਜਾਊਗਾ। ਹੋਰ ਦੱਸੋ, ਬੱਚਿਆਂ ਦਾ ਮੈਂ ਬਤੌਰ ਮੈਂ ਖੜਾ ਨਾਲ ਉਹਨਾਂ ਦੇ ਮੈਂ ਦਊਂਗਾ ਜੀ। ਮੈਂ ਜਿਉਂਦਾ ਬੈਠਾ ਰਿਹਾ, ਜੇ ਮੈਂ ਮਰ ਗਿਆ ਲੱਗ ਗੱਲ ਆ, ਜਾਂ ਮੈਂ ਜਿਉਂਦਾ ਰਿਹਾ, ਮੈਂ ਬੱਚਿਆਂ ਨੂੰ ਇਹਨੂੰ ਨਿਆਂ ਮਿਲੂਗੀ ਤੇ ਚੱਲ ਜੂਗਾ, ਪਰ ਬੱਚਿਆਂ ਨੂੰ ਪ੍ਰੋਪਰ ਮਿਲੂਗੀ। ਹੋਰ ਦੱਸੋ। ਫੋਨ ਕਾਲ ਕੱਟੀ ਗਈ ਹੋਣਾ ਵੱਲੋਂ ਵੀ ਇਹ ਇਹਨਾਂ ਦੇ ਜੇਠ ਨੇ ਜਿਨ੍ਹਾਂ ਵੱਲੋਂ ਆਪਣਾ ਇੱਕ ਪੱਖ ਰੱਖਿਆ ਗਿਆ, ਉਹਨਾਂ ਵੱਲੋਂ ਇਹ ਸਾਰੇ ਇਲਜ਼ਾਮਾਂ ਨੂੰ ਠੁਕਰਾ ਦਿੱਤਾ ਗਿਆ। ਹੁਣ ਤੁਹਾਡਾ ਕੀ ਕਹਿਣਾ? ਕਿਉਂਕਿ ਉਹਨਾਂ ਵੱਲੋਂ ਸਾਰੇ ਇਲਜ਼ਾਮਾਂ ਨੂੰ ਠੁਕਰਾ ਦਿੱਤਾ ਗਿਆ, ਉਹਨਾਂ ਵੱਲੋਂ ਕਿਹਾ ਗਿਆ ਕਿ ਨਾ ਤਾਂ ਅਸੀਂ ਬੱਚੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ, ਨਾ ਹੀ ਅਸੀਂ ਇਹਨਾਂ ਨੂੰ ਰਹਿਣ ਤੋਂ ਪਰੇਸ਼ਾਨ ਕੀਤਾ ਗਿਆ, ਤੇ ਜੇਕਰ ਬਾਹਰ ਰਹਿਣ ਦੀ ਗੱਲ ਹੋਈ ਆ ਤਾਂ ਉਹ ਵੀ ਇਹਨਾਂ ਦੇ ਫਾਦਰ ਸਾਹਿਬ ਵੱਲੋਂ ਹੀ ਕਿਹਾ ਗਿਆ ਸੀ ਵੱਖ ਰਹਿਣ ਲਈ। ਹਾਂਜੀ, ਅਸੀਂ ਕਹਿੰਦੇ ਵੀ ਚੱਲ ਸਾਡੇ ਤੋਂ ਵੀ ਨਾ ਸੱਚਾਈ ਕਰੋ, ਸਾਡੇ ਤੋਂ ਵੀ ਨਾ ਯਕੀਨ ਕਰੋ। ਅਸੀਂ ਕਹਿੰਦੇ ਪਿੰਡ 'ਚ ਪੁੱਛ ਲਓ, ਸਰਪੰਚ ਨੂੰ ਪੁੱਛ ਲਓ, ਮੈਂਬਰ ਨੂੰ ਪੁੱਛ ਲਓ, ਜਿੰਨੇ ਮਰਜ਼ੀ, ਸਾਰਾ ਪਿੰਡ ਦੇ ਬਰੋਬਰ ਖੜਿਆ ਇਸ ਟਾਈਮ। ਸਾਰਿਆਂ ਨੂੰ ਪਤਾ ਵੀ ਜੋ ਹਾਲਾਤ ਇਹਦੇ ਨਾਲ ਕੀਤੇ, ਨੌਕਰੀ ਕਰਦਾ, ਨਨਾਣ ਦੇ ਘਰ ਵਾਲਾ ਵੀ ਸੂਬੇਦਾਰ, ਉਹ ਵੀ ਫੌਜ 'ਚ ਹੈਗਾ। ਸਾਰੀ ਯਾਨੀ ਕਿ ਇੱਕ ਮੰਡਲੀ ਬਣਾ ਰੱਖੀ ਇਹਨਾਂ ਨੇ, ਯਾਨੀ ਕਿ ਹਰੇਕ ਗੱਲ ਤੋਂ ਝੂਠ ਮਾਰਦਾ, ਮਤਲਬ ਸਾਰਾ ਪਿੰਡ ਇਹਦੇ ਨਾਲ ਹੈਗਾ, ਸਰਪੰਚ ਵੀ ਸਾਰੇ ਨਾਲ ਸਾਥ ਖੜੀ ਆ। ਇਹਦਾ ਮਤਲਬ ਇਹਨੂੰ ਵਸਾਉਣ ਦਾ, ਖਰਚਾ ਪਾਣੀ ਦੇਣ ਦਾ ਸਾਰੀ ਮਤਲਬ ਜਿੰਮਾ ਚੱਕਦੇ ਹੈਗੇ ਆ। ਉਹ ਵੀ ਬਹੁਤ ਹੈਲਪ ਕਰਦੇ ਆ, ਸਾਰਾ ਪਿੰਡ ਇਹਦੇ ਬਰੋਬਰ ਖੜਿਆ। ਪਰ ਫਿਲਹਾਲ ਇਹ ਤਾਂ ਇਹਦੇ ਮਾਪਿਓ ਭੈਣ ਭਰਾ ਭਣੋਈਓ ਸਾਰੇ ਇਹਦੇ ਮਤਲਬ ਘਰੋਂ ਪਿੰਡੋਂ ਕੱਢਣਾ ਚਾਹੁੰਦੇ ਆ। ਇਹਨੂੰ ਇਹ ਜਾਵੇ ਤਾਂ ਵੀ ਥਾਂ ਮੈਨੂੰ ਮਿਲੇ, ਬਸ ਸਾਡਾ ਹੀ ਰਹਿ ਜਾਵੇ, ਇਹਨੂੰ ਕੁਛ ਨਾ ਮਿਲੇ ਬਸ। ਇਹਨਾਂ ਦਾ ਸਹੁਰੇ ਨੇ ਉੱਥੋਂ ਦੇ ਸਰਪੰਚ ਦੇ ਨਾਲ ਵੀ ਗੱਲਬਾਤ ਕਰਕੇ ਦੇਖ ਲੈਂਦੇ ਆ ਕਿ ਉੱਥੇ ਉਹ ਇਸ ਜੋ ਵਿਵਾਦ ਹੈ ਇਸ ਵਿਵਾਦ ਨੂੰ ਕੀ ਦੇਖਦੇ ਨੇ, ਕਿਉਂਕਿ ਇਹਨਾਂ ਦੇ ਜੇਠ ਵੱਲੋਂ ਜੋ ਗੱਲਬਾਤ ਕੀਤੀ ਗਈ ਹੈ ਵੱਲੋਂ ਉਹਨਾਂ ਵੱਲੋਂ ਜੋ ਇਲਜ਼ਾਮ ਇਹਨਾਂ ਨੇ ਲਗਾਏ ਨੇ ਉਹਨਾਂ ਦੇ ਉੱਪਰ ਸਾਰਿਆਂ ਨੂੰ ਨਕਾਰ ਦਿੱਤਾ ਗਿਆ ਅਤੇ ਇਹ ਇੱਕ ਜਾਂਚ ਦਾ ਵਿਸ਼ਾ ਹੈ, ਕਿਉਂਕਿ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਨਕਾਰ ਦਿੱਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਵੀ ਇਹ ਇੱਥੇ ਜੋ ਪੇਕੇ ਰਹਿਣ ਆਏ ਨੇ ਇਹ ਆਪਣੀ ਮਰਜ਼ੀ ਦੇ ਨਾਲ ਰਹਿਣ ਆਏ ਨੇ। ਪਰ ਸਰਪੰਚ ਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਉਹਨਾਂ ਵੱਲੋਂ ਕੀ ਕਹਿਣਾ। ਕਿਰਪਾ ਕੁਝ ਦੇਰ ਬਾਅਦ ਕੋਸ਼ਿਸ਼ ਕਰੋ। ਤੁਹਾਨੂੰ ਇਹ ਗੱਲ ਕਹੀ ਕਿੰਨੇ ਸੀ? ਉਹ ਕਹਿੰਦੇ ਨੇ ਵੀ ਅਸੀਂ ਜੋ ਬੱਚੀ ਨੂੰ ਵੇਚਣ ਦੀ ਗੱਲ ਵੀ ਨਹੀਂ ਕੀਤੀ। ਮੇਰੀ ਜਠਾਣੀ ਨੇ ਪੀਜੀਆਈ ਤੋਂ ਜੀ ਆ ਕੇ ਕੀਤੀ ਹੈ। ਕਿੱਦਾਂ ਅੱਜ ਕੁੜੀ ਹੋਈ, ਕੱਲ੍ਹ ਨੂੰ ਮੈਨੂੰ ਮਿਲਣ ਆ ਗਈ ਰਾਤ ਨੂੰ। ਤਾਂ ਮੇਰੇ ਜੇਠ ਜੀ ਛੁੱਟੀ ਆਈ ਸੀ 15 ਦਿਨ, ਤਾਂ ਉਹਨਾਂ ਨੇ ਆ ਕੇ ਕਿਹਾ ਮੇਰੇ ਪੀਜੀਆਈ ਤੋਂ, ਕਹਿੰਦੇ ਆਪਾਂ ਕੁੜੀ ਨੂੰ ਗੋਦ ਦੇ ਦਿੰਦੇ ਆ, ਇੱਕ ਕੁੜੀ ਆਪਾਂ ਰਲ ਮਿਲ ਕੇ ਸਾਰੇ ਸਾਂਭ ਲੈਣੀ ਆ। ਤਾਂ ਫਿਰ ਮੈਂ ਮੰਨ ਗਈ ਜੀ। ਫਿਰ ਜਦੋਂ ਛੁੱਟੀ ਹੋਣ ਲੱਗੀ ਸੀ 4 ਦਿਨਾਂ ਬਾਅਦ, ਤਾਂ ਪਹਿਲਾਂ ਤਾਂ ਖੁਸ਼ ਸੀ 4 ਦਿਨਾਂ ਬਾਅਦ, ਤੇ ਛੁੱਟੀ ਹੋਣ ਲੱਗੀ ਸੀ। ਫਿਰ ਕਹਿੰਦੇ ਮੈਂ ਦਿਲ ਕਿਹੜਾ ਆਪਣਾ ਕਰ ਲਿਆ ਸੀ ਜੀ। ਫਿਰ ਕਹਿੰਦੇ ਤੁਸੀਂ ਬਾਰੇ ਮੁੜ ਜਾਓ, ਘਰੇ ਨਾ ਬੜੀ ਬਸ ਜੀ। ਇਹ ਗੱਲਾਂ ਹੋ ਚੁੱਕੀਆਂ ਨੇ। ਚਲੋ ਇਹ ਜੇਕਰ ਉਹਨਾਂ ਦਾ ਕਹਿਣਾ ਕਿ ਉਹ ਇੱਥੇ ਆ ਕੇ ਰਹਿਣਾ ਚਾਹੁੰਦੇ ਨੇ ਤੇ ਰਹਿ ਲੈਣ। ਜਿਹੜੀ ਤੁਸੀਂ 3 ਲੱਖ ਦੀ ਗੱਲ ਕੀਤੀ ਸੀ ਉਹ ਵੀ ਕਹਿੰਦੇ ਵੀ 1 ਲੱਖ ਰੁਪਏ ਦੀ ਕਿਸ਼ਤ ਰਹਿ ਗਈ ਆ ਵਾਪਸ ਜਿਹੜੀ ਦੇਣ ਵਾਲੀ ਆ, ਉਹ ਵੀ ਅਸੀਂ ਚੁਕਾਵਾਂਗੇ, ਇਹਨਾਂ ਨੂੰ ਉਹ ਪੈਸੇ ਦੇਣ ਦੀ ਲੋੜ ਨਹੀਂ, ਇਹ ਆਪਣੇ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਤੁਸੀਂ ਜਾਣਾ ਚਾਹੁੰਦੇ ਹੋ ਉੱਥੇ? ਹਾਂਜੀ, ਮੈਂ ਜਾਣਾ ਚਾਹੁੰਦੀ, ਮੈਨੂੰ ਬਸ ਤੰਗ ਨਾ ਕਰੇ, ਤਨ ਮਨ ਨਾ ਦੇਵੇ, ਮੇਰੇ ਘਰ ਨਾ ਆਵੇ, ਬਸ ਮੈਨੂੰ ਆਹੀ ਬਸ ਹੋਣਾ ਚਾਹੀਦਾ ਜੀ। ਤੁਹਾਡਾ ਕੀ ਕਹਿਣਾ ਹੈ? ਤੁਹਾਡੀ ਕੀ ਮੰਗ ਹੈ ਹੁਣ? ਕਿਉਂਕਿ ਉਹਨਾਂ ਵੱਲੋਂ ਤਾਂ ਸਾਫ਼ ਕਹਿ ਦਿੱਤਾ ਗਿਆ ਕਿ ਜੇਕਰ ਇਹ ਆਉਣਾ ਚਾਹੁੰਦੇ ਨੇ ਇੱਥੇ ਤਾਂ ਇਹ ਆ ਸਕਦੇ ਨੇ, ਤੁਸੀਂ ਭੇਜਣਾ ਚਾਹੁੰਦੇ ਹੋ? ਹਾਂਜੀ, ਅਸੀਂ ਵਸਾਣੀ ਹੈ ਤਾਂ ਉੱਥੇ ਵਸਾਣੀ ਹੈ। ਦੋਨੇ ਗੁੜੀਆਂ ਹੈ, ਗੁੜੀਆਂ ਦਾ ਆਪਣੇ ਪੋਤਿਆਂ ਦਾ ਹੱਕ ਦੇਵੇ, ਹਿੱਸਾ ਦੇਵੇ, ਪੜ੍ਹਾਈ ਤੱਕ ਦਾ ਵੀ ਖਰਚਾ ਦੇਣ। ਪੋਤਾ ਦਾਦਾ ਦਾਦੀ ਬੈਠੇ ਹੈ ਜੇ, ਯਾਨੀ ਕਿ ਰਹਿ ਸਕਣ, ਆਪਣਾ ਮਤਲਬ ਘਰ-ਬਾਰ ਵੀ ਮਿਲੇ, ਖਰਚਾ ਵਰਚਾ ਮਿਲਣ, ਠੀਕ ਹੈ ਨਾ। ਤੇ ਅਸੀਂ ਇਹੀ ਚਾਹੁੰਦੇ ਵੀ ਉੱਥੇ ਆਪਣੇ ਉੱਥੇ ਸਹੁਰੇ ਘਰ ਬਸੇ।
ਹੁਣ ਤੁਸੀਂ ਦਰਖਾਸਤ ਕਿੱਦਣ ਦੀ ਦਿੱਤੀ ਹੈ? ਕੱਲ ਦਿੱਤੀ ਸੀ, ਕਦੋਂ ਦੇ ਕੇ ਆਏ ਹੋ? ਹਾਂਜੀ ਅਸੀਂ ਕੱਲ ਦੇ ਕੇ ਆਏ, ਦਰਖਾਸਤ ਦੇ ਕੇ ਆਏ। ਹਾਂਜੀ ਤਾਂ ਐਸਐਸਪੀ ਕੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਹਾਂਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਤੇ ਦੇਖੋ ਹੁਣ ਜਦ ਕਾਰਵਾਈ ਹੋਊਗੀ ਤੇ ਦੇਖਦੇ ਹਾਂ ਵੀ ਕੀ ਬਣਦਾ। ਜੀ ਬਿਲਕੁਲ ਮਸਲਾ ਬਹੁਤ ਗੰਭੀਰ ਹੈ, ਕਿਉਂਕਿ ਇਹ ਇੱਕ ਛੋਟੀ ਜੀ ਬੱਚੀ ਹੈ। ਮੈਂ ਚਾਹੁੰਦਾ ਰਵਿੰਦਰ ਹੋਣਾ ਨੂੰ ਇੱਕ ਵਾਰੀ ਦਿਖਾ ਦੇਣ। ਇਹ ਮਾਸੂਮ ਜੀ ਬੱਚੀ ਹੈ ਜਿਹੜੀ HIV ਤੋਂ ਪੀੜਤ ਹੈ ਅਤੇ ਇਹ ਇਹਨਾਂ ਦੀ ਮਦਰ ਨੇ ਜਿਹੜੇ HIV ਤੋਂ ਪੀੜਤ ਆ, ਅਤੇ ਇੱਕ ਇਹਨਾਂ ਦੀ ਹੋਰ ਛੋਟੀ ਬੱਚੀ ਆ, ਬਿਲਕੁਲ ਉਹ ਠੀਕ ਹੈ, ਉਹਨਾਂ ਨੂੰ ਕੋਈ ਵੀ ਅਜਿਹੀ ਬਿਮਾਰੀ ਨਹੀਂ ਹੈ। ਤੇ ਫਿਲਹਾਲ ਇਹਨਾਂ ਦੇ ਸਹੁਰਾ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ, ਪਰ ਜੋ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਨਕਾਰ ਦਿੱਤੇ ਗਏ ਨੇ। ਪਰ ਵੱਡਾ ਸਵਾਲ ਇਹ ਹੈ ਕਿ ਇਹਨਾਂ ਮਾਸੂਮ ਬੱਚੀਆਂ ਦਾ ਕੀ ਕਸੂਰ ਹੈ, ਕਿਉਂਕਿ ਇਹਨਾਂ ਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ, ਉਹ ਵੀ HIV ਤੋਂ ਪੀੜਤ ਸੀ, ਜਿਸ ਤੋਂ ਬਾਅਦ ਹੁਣ ਸਹੁਰਾ ਪਰਿਵਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਹੁਰਾ ਪਰਿਵਾਰ ਵੀ ਬਜ਼ੁਰਗ ਹੈ, ਉਹ ਇੰਨੀ ਸੇਵਾ ਸੰਭਾਲ ਨਹੀਂ ਕਰ ਸਕਦੇ ਅਤੇ ਇਹ ਇੱਕ ਵੱਖਰੀ ਜਗ੍ਹਾ ਇਹਨਾਂ ਨੂੰ ਦਿੱਤੀ ਗਈ ਹੈ ਉੱਥੇ ਰਹਿਣ ਵਾਸਤੇ। ਇਹਨਾਂ ਦੇ ਇਲਜ਼ਾਮ ਕੁਝ ਹੋਰ ਨੇ, ਉਹਨਾਂ ਦੇ ਇਲਜ਼ਾਮ ਕੁਝ ਹੋਰ ਨੇ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਅਤੇ ਇਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਅਤੇ ਅਸੀਂ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ। ਫਿਲਹਾਲ ਇਹ ਜਾਂਚ ਦਾ ਵਿਸ਼ਾ ਪੁਲਿਸ ਵੱਲੋਂ ਕਾਰਵਾਈ ਕਰਕੇ ਹੀ ਸਾਹਮਣੇ ਆਵੇਗਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।